ਹੁਣ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਦੀ ਆਰੰਭਤਾ ਵਿੱਚ ਆਓ ਸਾਰੇ ਰਲ ਮਿਲ ਕੇ 5 ਵਾਰ ਮੂਲ ਮੰਤਰ ਦਾ ਜਾਪ, 5 ਵਾਰ ਗੁਰਮੰਤਰ ਦਾ ਜਾਪ, ਫਿਰ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਸਤਿਕਾਰਯੋਗ ਗਿਆਨੀ ਸਤਨਾਮ ਸਿੰਘ ਜੀ, ਹੋਰ ਜਿੰਨੇ ਵੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਲਗਭਗ ਮਹੀਨੇ ਤੋਂ ਇਹ ਸਾਰੇ ਜਿਹੜਾ ਸਮਾਗਮ ਹੈ ਇਹਦੀ ਤਿਆਰੀਆਂ ਆਰੰਭ ਕਰਨ ਵਾਸਤੇ ਯਤਨ ਕੀਤੇ ਹੋਏ ਸਨ। ਸਤਿਕਾਰਯੋਗ ਸੰਤ ਬਾਬਾ ਮਹਿੰਦਰ ਸਿੰਘ ਜੀ, ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ, ਸੰਤ ਬਾਬਾ ਗੁਰਨਾਮ ਸਿੰਘ ਜੀ। ਗੱਲ ਕੀ ਨਾਂ ਲੈਣ ਲੱਗੀ ਇਹ ਲੰਬੀ ਲਿਸਟ ਹੋ ਜਾਏਗੀ। ਗੁਰੂ ਕਿਰਪਾ ਕਰੇ ਔਰ ਸਾਡੀ ਤੁਹਾਡੀ ਸਾਰਿਆਂ ਦੀ ਇਹ ਭਾਵਨਾ ਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰੇ। ਆਓ ਸਾਰੇ ਮੂਲ ਮੰਤਰ ਨਾਲ ਜੁੜੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਸਾਰੇ ਵਿਦਿਆਰਥੀ। ਇੱਕ ਅੰਗ ਮਹਾਰਾਜ ਦਾ ਇੱਥੋਂ ਆਰੰਭ ਹੋਣਾ ਸ੍ਰੀ ਜਪਜੀ ਸਾਹਿਬ ਅੰਮ੍ਰਿਤ ਬਾਣੀ ਤੋਂ। ਮੁੱਢਲੀ ਬਾਣੀ ਸਾਹਿਬ ਸੰਗਤ ਜੀ ਜੋ ਸ੍ਰੀ ਜਪਜੀ ਸਾਹਿਬ ਹੈ ਉੱਥੋਂ ਸੰਥਿਆ ਪ੍ਰਾਰੰਭ ਹੋ ਰਹੀ ਹੈ। ਸਤਿਕਾਰਯੋਗ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਂਪੁਰਖ ਮਹਿਰੋਂ ਵਾਲੇ ਇਹ ਪਾਠਾਂ ਦਾ ਨਿਰਣਾ ਕਰਨਗੇ। ਇਹ ਮੁੱਖ ਨੇ। ਇਹਨਾਂ ਦਾ ਸਾਥ ਦਾਸ ਸਤਨਾਮ ਸਿੰਘ ਅਤੇ ਨਾਲ ਸਤਿਕਾਰਯੋਗ ਗਿਆਨੀ ਅਜੀਤ ਸਿੰਘ ਜੀ, ਨਾਲ ਸਾਧ ਸੰਗਤ ਜੀ ਗਿਆਨੀ ਰਣਜੀਤ ਸਿੰਘ ਜੀ ਲੰਗਿਆਣਾ। ਇਹ ਸਾਰੇ ਰਲ ਮਿਲ ਕੇ ਆਪ ਜੀ ਨੂੰ ਪਾਠ ਦਾ ਨਿਰਣਾ ਕਰਕੇ ਸ਼ੁੱਧ ਉਚਾਰਨ ਕਰਨ ਦਾ ਇੱਕ ਯਤਨ ਕਰਾਂਗੇ। ਬਾਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਵਿੱਚ ਵਰਤ ਕਰਕੇ ਇਹ ਸਾਰਾ ਕਾਰਜ ਆਪ ਹੀ ਸੰਪੂਰਨ ਕਰਵਾ ਲੈਣ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਜੀ। ਸਤ ਸੰਗਤ ਜੀ, ਇਹ ਆਪ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਵੀ ਇੱਥੋਂ ਤੱਕ ਮੂਲ ਮੰਤਰ ਹੈ। 5 ਮੰਤਰ ਨੇ ਗੁਰਮਤਿ ਵਿੱਚ। ਗੁਰੂ ਪ੍ਰਸਾਦ ਤੇ ਇੱਕ ਮਹਾਮੰਤਰ ਹੈ, ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੈ। ਇੱਥੇ ਇੱਕ ਆਪਾਂ ਪਾਠ ਸਰਵਣ ਕਰ ਲਿਆ। ਸਾਰੀ ਜਪਜੀ ਸਾਹਿਬ ਜੋ ਸਾਰਾ ਪਾਠ ਹੈ ਮਾਲਾ ਮੰਤਰ ਹੈ ਤੇ ਵਾਹਿਗੁਰੂ ਗੁਰ ਮੰਤਰ ਹੈ। ਜਪ ਹਉਮੈ ਖੋਈ। ਇਹਦੇ 'ਚ ਕੁਛ ਵਿਚਾਰ ਆਪਾਂ ਕਰਨੀ ਬੇਨਤੀ। ਧਿਆਨ ਦਿਓ ਸਾਰੇ ਪਾਠ ਕਰਨ ਵਾਲੇ। ਪਾਠੀ ਸਿੰਘ ਨੇ ਪਾਠ ਕੀਤਾ ਇੱਕ ਓੰਕਾਰ, ਇੱਦਾਂ ਪਾਠ ਹੋਇਆ ਨਾ। ਇਹਨੂੰ ਕਈ ਹੋਰ ਢੰਗ ਨਾਲ ਉਚਾਰਨ ਕੀਤਾ ਜਾਂਦਾ ਹੈ। ਕਈ ਏਕਮਕਾਰ ਇੱਦਾਂ ਵੀ ਕਰ ਦਿੰਦੇ ਨੇ। ਘਰਾਂ ਵਿੱਚ ਏਕਮਕਾਰ ਜਾਂ ਇੱਕ ਓੰਕਾਰ ਇਸ ਤਰ੍ਹਾਂ ਦਾ ਜਾਂ ਕਿਸੇ ਹੋਰ ਢੰਗ ਨਾਲ ਉਚਾਰਨ ਕੀਤਾ ਜਾਂਦਾ, ਉਹ ਅਸ਼ੁੱਧ ਹੈ। ਸ਼ੁੱਧ ਪਾਠ ਹੈ ਇੱਕ ਓੰਕਾਰ। ਦੇਖੋ ਤੁਸੀਂ ਤੁਹਾਡੇ ਸਾਹਮਣੇ ਏਕਾ ਲੱਗਾ ਹੈ। ਇਹ ਕਈ ਵਾਰੀ ਅਸੀਂ ਜੇ ਬੋਰਡ 'ਤੇ ਲਿਖ ਕੇ ਦੱਸਣਾ ਹੋਵੇ, ਨੋਟ ਕਰ ਲਓ ਜੇ ਕਰਨਾ। ਇੱਕ ਏਕਾ ਲਿਖੋ, ਨਾਲ ਅੱਗੇ ਊੜਾ ਪਾ ਲਓ। ਇੱਕ ਈੜੀ ਸਿਹਾਰੀ ਉੱਤੇ ਅਧਿਕ ਲਾ ਕੇ ਕੱਕਾ ਇੱਕ ਏਕਾ ਲੱਗਾ ਨਾ। ਇੱਕ ਬੋਲਾਂਗੇ ਨਾ ਉਹਨੂੰ, ਇੱਕ ਅੱਗੇ ਓੰਕਾਰ, ਊੜੇ ਦਾ ਮੂੰਹ ਖੁੱਲ੍ਹਾ, ਐੜੇ ਤੇ ਟਿੱਪੀ, ਕੱਕੇ ਕੰਨਾ ਰਾਰਾ ਕਾਰ, ਓੰਕਾਰ। ਪਾਠ ਇਸ ਪ੍ਰਕਾਰ ਇਹ ਉਚਾਰਨ ਕਰਨਾ, ਇੱਕ ਓੰਕਾਰ। ਅੱਗੇ ਫਿਰ ਇਹਦੇ ਵਿੱਚ ਆਇਆ ਹੈ ਸਹਿ ਭੰਗ। ਕਈ ਨੂੰ ਸਹਿ ਭੰਗ ਬੋਲ ਜਾਂਦੇ ਨੇ। ਸਹਿ ਭੰਗ ਨਹੀਂ, ਭੰਗ ਨਹੀਂ, ਉਹ ਗੱਗਾ ਦਾ ਉਚਾਰਨ ਨਹੀਂ। ਇਹਨੂੰ ਟਿੱਪੀ ਲੱਗੀ, ਇਹਨੂੰ ਨਾਸਕੀ ਉਚਾਰਨ ਕਹਿੰਦੇ ਨੇ। ਨੱਕ ਦੇ ਵਿੱਚ ਉਚਾਰਨ ਕਰਨਾ। ਸਹਿ ਭੰਗ ਗੁਰ ਪ੍ਰਸਾਦ। ਫਿਰ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਖਾਸ ਕਰਕੇ ਇਹਨਾਂ ਵਿੱਚ ਇੱਕ ਓੰਕਾਰ ਅਤੇ ਸਹਿ ਭੰਗ ਬਾਰੇ ਇਹ ਉਚਾਰਨ ਦਾ ਆਪਾਂ ਧਿਆਨ ਦੇਣਾ ਹੈ। ਏਕਮਕਾਰ ਜਾਂ ਇੱਕ ਓੰਕਾਰ ਜਾਂ ਕਿਸੇ ਹੋਰ ਢੰਗ ਨਾਲ ਉਚਾਰਨ ਨਹੀਂ ਕਰਨਾ। ਇਹ ਲਿਖ ਵੀ ਤੁਸੀਂ ਲਿਆ ਹੋਏਗਾ। ਇੱਕ ਓੰਕਾਰ। ਇੱਕ ਹੋਰੋਂ ਉਚਾਰਨ ਕਰਦੇ, ਉਹ ਕਹਿੰਦੇ ਇੱਕਿਓ ਜਾਂ ਇੱਕੋ ਅੰਕਾਰ। ਇੱਕੋ ਅੰਕਾਰ ਨਹੀਂ ਹੈ, ਇੱਕ ਓੰਕਾਰ। ਇਹ ਧਿਆਨ ਰੱਖਣਾ ਸਾਰਿਆਂ ਨੇ, ਨੋਟ ਕਰ ਲਓ। ਬਾਕੀ ਰਿਕਾਰਡਿੰਗ ਹੁਣ ਨਾਲ ਹੋ ਰਹੀ ਆ ਅੱਗੇ। ਹਾਂਜੀ, ਮਹਾਂਪੁਰਖਾਂ ਨੇ ਆਪ ਜੀ ਨੂੰ ਦੱਸਿਆ। ਇਹਨਾਂ ਦੇ ਵਿੱਚੋਂ ਕਈ ਵਾਰੀ ਆਪਾਂ ਅਕਾਲ ਨੂੰ ਵੀ ਆਕਾਲ ਪੜ੍ਹ ਦਿੰਦੇ ਹਾਂ, ਐੜੇ ਨੂੰ ਕੰਨਾ ਲੱਗਦਾ। ਉਸ ਗੱਲ ਦਾ ਵੀ ਆਪਾਂ ਸਾਰਿਆਂ ਨੇ ਖਿਆਲ ਰੱਖਣਾ। ਅਜੂਨੀ ਨੂੰ ਵੀ ਕਈ ਵਾਰੀ ਆਪਾਂ ਜੱਜੇ ਦੀ ਥਾਂ 'ਤੇ ਯਈਏ ਦੀ ਵਰਤੋਂ ਕਰਕੇ ਅਯੂਨੀ ਕਰ ਜਾਂਦੇ ਹਾਂ, ਅਤੇ ਇਹਨਾਂ ਦਾ ਵੀ ਆਪਾਂ ਖਿਆਲ ਰੱਖਣਾ। ਅਕਾਲ ਮੂਰਤ ਅਜੂਨੀ। ਜਪ ਪਾਠ ਜਿਹੜਾ ਇਹ ਬਿਲਕੁਲ ਆਪਾਂ ਪੋਲਾ ਹੀ ਕਰਨਾ, ਜਿਵੇਂ ਮਹਾਂਪੁਰਖਾਂ ਨੇ ਦੱਸਿਆ। ਬਾਕੀ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਅਦਕ ਜਿਹੜੀ ਹੈ ਉਹ ਕਿਤੇ ਸਾਨੂੰ ਮਿਲਦੀ ਨਹੀਂ, ਪਰ ਲੋੜ ਅਨੁਸਾਰ ਜਿੱਥੇ ਵਿਦਵਾਨਾਂ ਮਹਾਂਪੁਰਖ ਜਿਵੇਂ ਦੱਸਦੇ ਨੇ, ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੋਂ ਅੱਗੇ ਪਾਠ ਬੋਧ ਕਰਾਇਆ ਵਿਦਵਾਨਾਂ ਦੇ ਤਾਈਂ, ਉਵੇਂ ਚੱਲ ਰਹੀ ਪਰੰਪਰਾ ਅਨੁਸਾਰ ਤੋਂ ਅਦਕ ਸਾਧ ਸੰਗਤ ਜੀ ਉਹਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜਿੱਥੇ ਕਿਤੇ ਲੋੜ ਪੈ ਜਾਂਦੀ ਹੈ ਅਰਥ ਦਾ ਅਨਰਥ ਹੋਣ ਤੋਂ ਰੋਕਣ ਵਾਸਤੇ, ਉੱਥੇ ਸਾਧ ਸੰਗਤ ਜੀ ਉੱਪਰ ਵਾਲੀ ਬਿੰਦੀ ਦੀ ਵੀ ਵਰਤੋਂ ਵਿਦਵਾਨ ਮਹਾਂਪੁਰਖ ਕਰਦੇ ਨੇ। ਪਰ ਜਿਹੜੀ ਪੈਰ ਵਾਲੀ ਬਿੰਦੀ ਹੈ ਉਹਦੀ ਬਿਲਕੁਲ ਮਨਾਹੀ ਹੈ ਗੁਰਬਾਣੀ ਪੜ੍ਹਨ ਲੱਗਿਆ। ਜਿਵੇਂ ਪ੍ਰਸ਼ਾਦ ਸ਼ਬਦ ਆਪਾਂ ਕਹਿੰਦੇ ਹਾਂ ਬਿੰਦੀ ਲਾ ਕੇ, ਉਹ ਨਹੀਂ ਬੋਲਣਾ। ਸ਼ਬਦ ਆਪਣੇ ਮਨ ਦੇ ਵਿੱਚ ਚੜ੍ਹਿਆ ਹੁੰਦਾ। ਪਾਤਸ਼ਾਹ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਐਸਾ ਪੈਰ ਵਾਲੀ ਬਿੰਦੀ ਦੀ ਬਿਲਕੁਲ ਵਰਤੋਂ ਨਹੀਂ ਕਰਨੀ, ਅਤੇ ਜਿੱਥੇ ਲੋੜ ਪਵੇ ਅਦਕ ਦੀ ਵਰਤੋਂ ਕਰਨੀ ਹੈ, ਅਤੇ ਜਿੱਥੇ ਲੋੜ ਪਵੇ ਕਿਤੇ ਉੱਪਰ ਜਿਹੜੀ ਬਿੰਦੀ ਉਹਦੀ ਵਰਤੋਂ ਆਪਾਂ ਕਰ ਸਕਦੇ ਹਾਂ। ਜਿਵੇਂ ਸੱਚ ਸ਼ਬਦ ਹੈ, ਇਹ ਸੱਸੇ ਦੇ ਉੱਪਰ ਅਦਕ ਦੇ ਨਾਲ ਬੋਲਿਆ ਜਾਵੇਗਾ। ਆਪਾਂ ਲਿਖ ਨਹੀਂ ਸਕਦੇ, ਪਰ ਬੋਲਣ ਲੱਗਿਆ ਇਹਨੂੰ ਕੱਸ ਕੇ ਬੋਲਣਾ ਹੈ। ਇਹ ਆਪ ਜੀ ਨੇ ਨਾਲ ਦੀ ਨਾਲ ਨੋਟ ਕਰਦੇ ਜਾਣਾ। ਹੁਣ ਭਾਈ ਸਾਹਿਬ ਅੱਗੇ ਪਾਠ ਪ੍ਰਾਰੰਭ ਕਰਦੇ ਹਨ ਜੀ।
ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪ ਹਾਂਜੀ, ਇੱਥੇ ਵੀ ਸਾਨੂੰ ਧਿਆਨ ਦੇਣਾ ਪੈਣਾ। ਸੋਚਾ ਸੋਚ ਨਾ ਹੋਵਈ, ਇਹ 3 ਅੱਖਰ ਨੇ। ਕਈ ਵਾਰੀ ਅਸੀਂ ਪਾਠ ਸੁਣਦੇ ਹੋ ਵੀ ਕਹਿ ਜਾਂਦੇ, ਹੋ ਵੀ ਨਹੀਂ, ਹੋਵਈ ਨਹੀਂ ਪਾਠ, ਹੋਵਈ 3 ਅੱਖਰ ਨੇ। ਵਾਵਾ ਮੁਕਤਾ ਈੜੀ ਨੂੰ ਬਿਹਾਰੀ ਲੱਗੀ ਹੋਈ ਆ। ਜੇ ਸੋਚੀ ਲੱਖ, ਇਹਨੂੰ ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਲਖਵਾਰ ਨਹੀਂ ਕਹਿਣਾ, ਲੱਖ ਵਾਰ, ਜਿਵੇਂ ਪਾਠੀ ਸਿੰਘ ਨੇ ਪਾਠ ਕੀਤਾ, ਇਸੇ ਪ੍ਰਕਾਰ ਧਿਆਨ ਦੇਣਾ ਜੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਹਾਂਜੀ, ਇਹ ਜਿਹੜਾ ਪਾਠ ਜਿਵੇਂ ਸੋਚੈ, ਇਹ ਦੁਲਾਵਾਂ ਦੇ ਨਾਲ ਇਹਨੂੰ ਸੋਚੇ ਨਹੀਂ ਪੜ੍ਹਨਾ, ਅਤੇ ਚੁੱਪੈ ਪਾਠ ਉਹਨੂੰ ਚੁੱਪੇ ਨਹੀਂ ਪੜ੍ਹਨਾ। ਅਤੇ ਜਿਵੇਂ ਅੱਗੇ ਹੋਵਈ ਮਹਾਂਪੁਰਖਾਂ ਨੇ ਆਪ ਜੀ ਨੂੰ ਦੱਸ ਦਿੱਤਾ, ਅਤੇ ਲਾ ਇਹ ਸ਼ਬਦ ਸਾਧ ਸੰਗਤ ਜੀ, ਇਹ ਲੱਲੇ ਨੂੰ ਲੰਬਾ ਕਰਕੇ, ਈੜੀ ਜਿਹੜੀ ਹੈ ਇਹ ਲਘੂ ਮਾਤਰਾ ਹੈ, ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਸਮੇਟਿਆ ਜਾਂ ਸੰਕੋਚਿਆ ਜਾਵੇਗਾ। ਜੇ ਆਪਾਂ ਲਾਏ ਕਵਾਂਗੇ, ਉਹ ਈੜੀ ਨੂੰ ਲਾਂ ਲੱਗ ਜਾਂਦੀ ਹੈ, ਇਸ ਕਰਕੇ ਜੇ ਲਾਏ ਐਂ ਬੋਲਿਆ ਜਾਏਗਾ, ਈੜੀ ਨੂੰ ਦੱਬ ਕੇ ਥੋੜ੍ਹਾ ਲਾਏ। ਜੇ ਲਾਏ ਰਹਾ, ਰਹਾ 'ਤੇ ਆਪਾਂ ਸਾਡਾ ਸੁਭਾਅ ਬਣਿਆ ਹੋਇਆ, ਕਈ ਪੜ੍ਹਨ ਵਾਲੇ ਵੀ ਸਾਨੂੰ ਬਹੁਤ ਬਿੰਦੀਆਂ ਦੇ ਨਾਲ ਪੜ੍ਹਾਉਂਦੇ ਨੇ, ਅਤੇ ਰਹਾ ਸ਼ਬਦ 'ਤੇ ਆਪਾਂ ਬਿੰਦੀ ਲਾ ਕੇ ਰਹਾ ਨਹੀਂ ਬੋਲਣਾ, ਉਹਨੂੰ ਰਹਾ ਹੀ ਬੋਲਣਾ ਹੈ। ਇਸ ਕਰਕੇ ਇਹਨਾਂ ਗੱਲਾਂ ਦਾ ਆਪ ਜੀ ਨੇ ਖਿਆਲ ਰੱਖਣਾ, ਕਿਉਂਕਿ ਸਾਰਿਆਂ ਪਾਠਾਂ ਦਾ ਇੱਕ ਸਰੀਰ ਧਿਆਨ ਨਹੀਂ ਰੱਖ ਸਕਦਾ, ਤਾਂ ਕਰਕੇ ਜ਼ਿਆਦਾ ਵਿਦਵਾਨ ਸਟੇਜ 'ਤੇ ਬੈਠੇ ਨੇ। ਜਿਹਨੂੰ ਜਿਹੜੇ ਪਾਠ ਦਾ ਖਿਆਲ ਆਈ ਜਾਂਦਾ ਹੈ, ਉਸ ਹਿਸਾਬ ਨਾਲ ਦੱਸੀ ਜਾਣਾ। ਇਹ ਨਹੀਂ ਸਮਝਣਾ ਕਿ ਕਿਸੇ ਨੂੰ ਪਤਾ ਨਹੀਂ, ਸਾਰੇ ਮਹਾਂਪੁਰਖ ਨੇ ਤੋ ਬੜੇ ਅਭਿਆਸੀ ਨੇ, ਤੋ ਗੁਰਬਾਣੀ ਦਾ ਵੀ ਬਹੁਤ ਗਿਆਨ ਰੱਖਣ ਵਾਲੇ ਨੇ। ਤੋ ਕਈ ਵਾਰੀ ਸਾਧ ਸੰਗਤ ਜੀ ਨਹੀਂ ਰਹਿੰਦਾ ਚੇਤਾ ਸਾਰਿਆਂ ਪਾਠਾਂ ਦਾ, ਇਹ ਤੇ ਰਲ ਮਿਲ ਕੇ ਸਾਧ ਸੰਗਤ ਜੀ ਇਹ ਸਾਰਾ ਇਹ ਬਾਣੀ ਦਾ ਕੁੰਭ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਾਰੰਭ ਹੋਇਆ। ਤੋ ਆਪ ਜੀ ਨੇ ਜਿਵੇਂ ਜਿਵੇਂ ਦੱਸਿਆ ਜਾਵੇ ਉਵੇਂ ਉਵੇਂ ਨੋਟ ਕਰਦੇ ਜਾਣਾ ਹੈ। ਇੱਕ ਤੇ ਦੁਲਾਵਾਂ ਦਾ ਖਿਆਲ ਰੱਖਣਾ, ਇੱਕ ਈੜੀ ਦੀ ਜਿਹੜੀ ਆਵਾਜ਼ ਉਹਨੂੰ ਥੋੜ੍ਹਾ ਕਰਕੇ ਰਾਹਾਂ 'ਤੇ ਬਿੰਦੀ ਨਹੀਂ ਲਾਉਣੀ। ਹਾਂਜੀ, ਅੱਗੇ ਪੜ੍ਹੀਏ ਜੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਭੁੱਖਿਆ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ, ਇਹਦੇ 'ਤੇ ਵੀ ਬਿੰਦੀ ਦੇ ਨਾਲ ਭੁੱਖਿਆਂ ਨਹੀਂ ਬੋਲਣਾ। ਅੱਗੇ ਜਿਹੜਾ ਸ਼ਬਦ ਆ ਰਿਹਾ ਉਹਨੂੰ ਬਿਲਕੁਲ ਧਿਆਨ ਦੇ ਨਾਲ ਸੁਣਨਾ, ਆਪ ਜੀ ਨੇ ਧਿਆਨ ਦੇਣਾ। ਕਈ ਵਾਰ ਆਪਾਂ ਪੜ੍ਹਦੇ ਨੇ ਭੁੱਖਿਆ ਭੁੱਖ ਨਾ ਉਤਰੀ, ਉਹ ਨੌਤਰੀ ਪਾਠ ਬਣ ਜਾਂਦਾ। ਜੇ ਆਪਾਂ ਨੰਨੇ ਤੋਂ ਥੋੜ੍ਹਾ ਜਿਹਾ ਰੋਕ ਕੇ ਨਹੀਂ ਪੜ੍ਹਦੇ ਤੇ ਉਹ ਨੌਤਰੀ ਪਾਠ ਬਣਦਾ। ਇਸ ਕਰਕੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਸਾਧ ਸੰਗਤ ਜੀ ਇੱਥੇ ਇਹਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ ਪਵੇਗਾ। ਅਤੇ ਪੁਰੀਆਂ ਇਹ ਵੀ ਬਿੰਦੀ ਲਾ ਕੇ ਪਾਠ ਨਹੀਂ ਬੋਲਣਾ, ਇਹ ਪੁਰੀਆ ਹੀ ਪੜ੍ਹਿਆ ਜਾਵੇਗਾ। ਅਤੇ ਸਿਆਣਪਾ 'ਤੇ ਵੀ ਬਿੰਦੀ ਨਹੀਂ ਲਾਉਣੀ। ਅਤੇ ਲੱਖ ਆਪ ਜੀ ਨੂੰ ਪਹਿਲਾਂ ਹੀ ਮਹਾਂਪੁਰਖਾਂ ਨੇ ਦੱਸਿਆ। ਅਤੇ ਹੋਏ ਆਪਾਂ ਕਈ ਵਾਰੀ ਪੜ੍ਹ ਜਾਂਦੇ ਹਾਂ। ਆਪ ਜੀ ਨੇ ਜਿਹੜੀ ਬੇਨਤੀ ਹੁੰਦੀ ਹੈ ਉਹਨੂੰ ਕੰਨਾਂ ਦੇ ਨਾਲ ਸਰਵਣ ਕਰਨਾ, ਅਤੇ ਸੈਂਚੀਆਂ ਦੇ ਉੱਤੇ ਜੋ ਅੱਖਰ ਛਪੇ ਨੇ ਉਹਨਾਂ ਵੱਲ ਧਿਆਨ ਦੇਣਾ। ਆਪ ਜੀ ਧਿਆਨ ਦਿਓ, ਹੋ ਹੈ ਦੋਵੇਂ ਹਾਹੇ ਨੇ, ਪਰ ਆਪਾਂ ਸੁਭਾਅ ਦੇ ਅਨੁਸਾਰ ਹੋਏ ਪੜ੍ਹ ਜਾਂਦੇ ਹਾਂ, ਇਹ ਅਸ਼ੁੱਧ ਹੈ। ਇਸ ਕਰਕੇ ਹੋ ਹੈ ਇਸ ਤਰ੍ਹਾਂ ਦੇ ਨਾਲ ਇਹ ਪੜ੍ਹਿਆ ਜਾਵੇਗਾ। ਅਤੇ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਜਮਕੀ ਠਮਕੀ ਵਿਸਰਾਮ ਇਹ ਨਾਲ ਦੀ ਨਾਲ ਅੱਗੇ ਆਪ ਜੀ ਨੂੰ ਬੇਨਤੀਆਂ ਕੀਤੀਆਂ ਜਾਣਗੀਆਂ। ਅਤੇ ਜਿਵੇਂ ਅੱਗੇ ਕਿਵ ਸ਼ਬਦ ਆ ਰਿਹਾ, ਇੱਥੇ ਥੋੜ੍ਹੀ ਜਿਹੀ ਜਮਕ ਲੱਗੇਗੀ। ਕਿਵ ਸਚਿਆਰਾ ਹੋਈ ਹੈ, ਇੱਥੇ ਵਿਸਰਾਮ, ਅਤੇ ਫਿਰ ਕਿਵ ਦੇ ਉੱਤੇ ਜਮਕ ਲੱਗ ਕੇ ਕਿਵ ਕੂੜੈ ਟੁੱਟੈ ਪਾਲ। ਹੁਣ ਇੱਥੇ ਆਪ ਜੀ ਖਿਆਲ ਕਰੋ, ਇੱਕ ਤੱਤਾ ਸ਼ਬਦ ਹੈ ਅਤੇ ਇੱਕ ਟੈਂਕਾ ਹੈ, ਪਰ ਆਪਾਂ ਕਈ ਵਾਰੀ ਦੋਵੇਂ ਟੈਂਕੇ ਬੋਲ ਕੇ ਟੁੱਟੈ ਸ਼ਬਦ ਪੜ੍ਹ ਜਾਂਦੇ ਆ। ਇਸ ਗੱਲ ਦਾ ਆਪਾਂ ਖਿਆਲ ਰੱਖਣਾ, ਟੁੱਟੈ ਤੱਤਾ ਪਹਿਲਾਂ ਬੋਲ ਕੇ ਫਿਰ ਟੈਂਕੇ ਦੇ ਨਾਲ, ਅਤੇ ਦੁਲਾਵਾਂ ਦਾ ਵੀ ਖਿਆਲ ਰੱਖਣਾ ਵੀ ਟੁੱਟੇ ਨਾ ਬਣ ਜਾਵੇ। ਇਹਨਾਂ ਗੱਲਾਂ ਦਾ ਆਪ ਜੀ ਨੇ ਧਿਆਨ ਦੇਣਾ ਜੀ। ਅੱਗੇ ਪਾਠ ਸਰਵਣ ਕਰੀਏ ਜੀ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ।
ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹਾਂਜੀ, ਹੁਕਮ ਰਜਾਈ ਚੱਲਣਾ। ਇੱਥੇ ਕਈ ਵਾਰੀ ਆਪਾਂ ਨੰਨਾ ਬੋਲ ਜਾਂਦੇ ਆ, ਅਣਾਣੇ ਦਾ ਖਿਆਲ ਰੱਖਣਾ ਹੈ। ਤੇ ਨਾਨਕ ਤੇ ਫੇਰ ਥੋੜਾ ਜਿਹਾ ਜਮਕ ਲਾ ਕੇ ਥੋੜਾ ਜਿਹਾ ਰੁਕ ਕੇ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਇੱਥੇ ਐੜੇ ਦਾ ਕੰਨਾ ਕਈ ਵਾਰੀ ਆਪਾਂ ਛੱਡ ਕੇ ਸਿੱਧਾ ਆਕਾਰ ਪੜ੍ਹਦੇ ਆ, ਉਸ ਦਾ ਵੀ ਆਪਾਂ ਖਿਆਲ ਰੱਖਣਾ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਕਹਿਆ ਸ਼ਬਦ ਗੁਰਬਾਣੀ ਦੇ ਵਿੱਚ ਜਿਵੇਂ ਲਿਖਿਆ ਉਵੇਂ ਹੀ ਪੜ੍ਹਨਾ ਆਪਾਂ। ਕਈ ਵਾਰੀ ਕਿਹਾ ਪੜ੍ਹਦੇ ਨੇ, ਹੁਕਮ ਨਾ ਕਿਹਾ ਜਾਈ, ਪਰ ਉਹ ਇੱਕ ਸਾਧ ਸੰਗਤ ਜੀ ਵਿੱਚੋਂ ਐੜਾ ਉਹ ਨਿਕਲ ਜਾਂਦਾ ਹੈ। ਇਸ ਕਰਕੇ ਕਹਿਆ ਬਿਲਕੁਲ ਤਿੰਨਾਂ ਅੱਖਰਾਂ ਦਾ ਉਚਾਰਨ ਕਰਨਾ ਹੈ। ਅੱਗੇ ਸਾਧ ਸੰਗਤ ਜੀ ਹੁਕਮੀ ਹੋਵਨ ਜੀ, ਜੱਜੇ ਦੇ ਬਿਹਾਰੀ ਨੂੰ ਲੰਬਾ ਕਰਕੇ ਨਾਲ ਐੜਾ ਮੁਕਤਾ ਉਹ ਬੋਲਣਾ। ਤੇ ਅੱਗੇ ਆਪ ਜੀ ਦਰਸ਼ਨ ਕਰੋਗੇ ਹੁਕਮ ਮਿਲੈ। ਜੇ ਆਪਾਂ ਇੱਥੇ ਧਿਆਨ ਨਹੀਂ ਦਿੰਦੇ ਤੇ ਹੁਕਮ ਮਿਲੈ ਬਣ ਜਾਂਦਾ, ਉਹ ਇੱਕ ਮੱਮਾ ਜਿਹੜਾ ਅੱਧਾ ਰਹਿ ਜਾਂਦਾ ਹੈ, ਹੁਕਮ ਮਿਲੈ। ਇਸ ਕਰਕੇ ਧਿਆਨ ਦੇਣਾ, ਪਹਿਲਾਂ ਹੁਕਮ ਵਾਲਾ ਮੱਮਾ ਬੋਲ ਕੇ ਫੇਰ ਮਿਲੈ ਵਾਲਾ ਜਿਹੜਾ ਮੱਮਾ ਬੋਲਣਾ ਹੈ। ਹੁਕਮ ਮਿਲੈ ਵਡਿਆਈ, ਇਸ ਤਰ੍ਹਾਂ ਦੇ ਨਾਲ ਆਪਾਂ ਇਹ ਪਾਠ ਕਰਨੇ ਹਨ ਜੀ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਇ। ਹਾਂਜੀ, ਉੱਪਰ ਪਾਠ ਜਿਹੜੇ ਆਏ ਨੇ ਪਾਈਆ ਹੈ, ਇਹਨਾਂ ਦਾ ਖਿਆਲ ਆਪਾਂ ਰੱਖਣਾ। ਈੜੀ ਤੇ ਐੜਾ ਤੇ ਨਾਲ ਹਾਹਾ, ਇਹ ਸਾਰਿਆਂ ਅੱਖਰਾਂ ਦਾ ਉਚਾਰਨ ਕਰਨਾ। ਪਾਈਆ ਇਸ ਤਰ੍ਹਾਂ ਦੇ ਨਾਲ ਹਾਹਾ ਛੱਡਣਾ ਨਹੀਂ। ਬਖਸ਼ੀਸ ਜਿਹੜਾ ਉਹ ਖੱਖਾ ਜਿਹੜਾ ਉਹਦਾ ਉਚਾਰਨ ਕਰਨਾ। ਕਈ ਵਾਰੀ ਆਪਾਂ ਬਖਸ਼ੀਸ ਕਹਿ ਜਾਂਦੇ ਆ। ਔਰ ਇਸੇ ਤਰ੍ਹਾਂ ਦੇ ਨਾਲ ਭਵਾਈਆ ਹੈ, ਇਹ ਵੀ ਸਾਧ ਸੰਗਤ ਜੀ ਪਾਠ ਜਿਹੜਾ ਈੜੀ ਪਹਿਲਾਂ ਭਵਾਈ ਫਿਰ ਇਸ ਤਰ੍ਹਾਂ ਦੇ ਨਾਲ ਬੋਲਿਆ ਜਾਵੇਗਾ। ਭਵਾਈਆ ਜਾਂ ਪਾਈਆ ਇਸ ਤਰ੍ਹਾਂ ਦੇ ਨਾਲ ਨਹੀਂ ਬੋਲਣਾ। ਹਾਂਜੀ, ਗਾਵੈ ਕੋ ਤਾਣ। ਵਾਹਿਗੁਰੂ। ਪਿਛਲੀਆਂ ਤੁਕਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਬੇਨਤੀ ਕਰਨ ਵਾਲੀ ਰਹੇਗੀ। ਜਿਵੇਂ ਗਿਆਨੀ ਜੀ ਨੇ ਦੱਸਿਆ, ਕਈ ਵਾਰ ਧਿਆਨ ਸਾਰਿਆਂ ਨੂੰ ਨਹੀਂ ਆਉਂਦਾ ਸਾਰੀਆਂ ਸ਼ਬਦਾਂ ਦਾ, ਸੋ ਬਹੁਤ ਸੋਹਣਾ ਉਹਨਾਂ ਨੇ ਦੱਸਿਆ ਹੈ। ਜਿਹੜੀ ਤੁਕ ਆਉਂਦੀ ਆ, ਇੱਕ ਨਾ ਹੁਕਮੀ ਬਖਸ਼ੀਸ, ਖੱਖੇ ਦਾ ਬਹੁਤ ਸੋਹਣਾ ਆਪ ਜੀ ਨੂੰ ਦੱਸਿਆ ਗਿਆ ਹੈ। ਖੱਖਾ ਪੂਰਾ ਉਚਾਰਨ ਕਰਨਾ, ਆਮ ਕੱਕਾ ਨਿਕਲਦਾ ਹੈ ਪੜ੍ਹਨ ਵਿੱਚ, ਬਖਸ਼ੀਸ ਆਮ ਕਰਦੇ ਆ, ਉਹ ਪਾਠ ਨਹੀਂ ਕਰਨਾ। ਇੱਕ ਪਾਠ ਹੋਰ, ਇੱਕ ਨਾਂ ਗੁਟਕਿਆਂ 'ਤੇ ਵੀ ਛਪਿਆ ਅੱਡੋ ਅੱਡ, ਇੱਕ ਤੇ ਨਾਂ ਵੱਖੋ ਵੱਖਰਾ ਛਪਿਆ ਹੋਇਆ ਹੈ, ਉਹ ਗਲਤ ਪਾਠ ਹੈ। ਇੱਕ ਨਾਂ ਆਪਾਂ ਕਾਹਲੀ ਨਾਲ ਉਚਾਰਨ ਕਰਨਾ। ਇੱਕ ਨਾਂ ਦਾ ਅਰਥ ਹੁੰਦਾ ਕਈਆਂ ਉੱਪਰ, ਸੋ ਇਸ ਕਰਕੇ ਧਿਆਨ ਰੱਖਣਾ। ਇੱਕ ਨਾਂ ਆਪਾਂ ਕਾਹਲੀ ਨਾਲ। ਤੇ ਭਵਾਈ ਹੈ ਜਿਵੇਂ ਦੱਸਿਆ ਗਿਆ, ਈੜੀ ਨੂੰ ਪ੍ਰੈਸ ਕਰਕੇ ਬਿਹਾਰੀ ਨੂੰ ਪੂਰਾ ਇਹਦੇ 'ਤੇ ਜ਼ਬਾਨ ਘੁਮਾਉਣੀ ਹੈ। ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਬਾਹਰ ਦਾ ਹਾਹਾ ਵੀ ਪੂਰਾ ਬੁਲਾਉਣਾ ਹੈ। ਸੋ ਨਾਨਕ ਹੁਕਮੈ ਜੇ ਬੁੱਝੈ, ਪਾਠ ਸਹੀ ਹੋਇਆ ਹੈ, ਪਰ ਵਿਚਕਾਰ ਅਧਿਕ ਲਾਉਣਾ ਬੁੱਝੈ ਦੇ। ਬੁੱਝੈ ਪਾਠ ਨਹੀਂ ਹੋਣ ਦੇਣਾ, ਇਹਨੂੰ ਅਧਿਕ ਲਾਉਣਾ ਹੈ। ਮਹਾਂਪੁਰਸ਼ਾਂ ਨੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ, ਜਾਂ ਦਰਪਣ ਪਹਿਲਾ ਸੀ ਜਾਂ ਦਰਸ਼ਨ ਪਹਿਲੀ ਪੋਥੀ ਸੀ, ਹੁਣ ਦਰਪਣ ਹੈ, ਲਾਇਆ ਹੈ। ਬੁੱਝੈ ਪਾਠ ਜਿਵੇਂ ਖਿੱਚ ਕੇ ਪਾਠੀ ਸਿੰਘ ਨੇ ਕੀਤਾ ਇਉਂ ਕਰਨਾ ਹੈ। ਤਾਂ ਹਉਮੈ ਕਹੈ ਨਾ ਕੋਏ, ਤਾਂ ਨੂੰ ਬਿੰਦੀ ਜਾਂ ਤਾਂ ਲੰਬਾ ਨਹੀਂ ਹੋਣ ਦੇਣਾ। ਤਾਂ ਹਉਮੈ ਕਹੈ ਨਾ ਕੋਏ। ਸੋ ਇਸ ਤਰ੍ਹਾਂ ਆਪਾਂ ਧਿਆਨ ਰੱਖਣਾ ਹੈ ਜੀ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਗਾਵੈ ਕੋ
ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਹਾਂਜੀ ਸੰਗਤ ਜੀ, ਇਹ ਪਾਠ ਜਿਵੇਂ ਆਪ ਜੀ ਸਰਵਣ ਕਰ ਰਹੇ ਹੋ, ਸਾਡੇ ਮੁਖ ਦੇ ਉੱਤੇ ਪਾਠ ਇਸ ਤਰ੍ਹਾਂ ਦੇ ਨਾਲ ਪੱਕ ਜਾਂਦੇ ਨੇ ਕਿ ਆਪਾਂ ਗਾਵੇ ਉਹ ਦਲਾਵਾਂ ਜਿਹੜੀ ਉਹਨੂੰ ਲਾਂ ਦੇ ਵਿੱਚ ਪੜ੍ਹ ਜਾਂਦੇ ਆ। ਇਸ ਕਰਕੇ ਇਹ ਪੌੜੀ ਦੇ ਵਿੱਚ ਸਾਰੇ ਸ਼ਬਦ ਜਿਹੜੇ ਨੇ ਉਹ ਵੈ ਕਰਕੇ ਬੋਲੇ ਜਾਣਗੇ, ਵੇ ਦੇ ਨਾਲ ਨਹੀਂ ਬੋਲਿਆ ਜਾਵੇਗਾ। ਇਹ ਦੁਲਾਵਾਂ ਦਾ ਆਪਾਂ ਖਿਆਲ ਰੱਖਣਾ ਹੈ। ਅਤੇ ਜਿਹੜੇ ਵਿਸਰਾਮ ਨੇ ਸਾਧ ਸੰਗਤ ਜੀ, ਪਹਿਲੀ ਪੰਕਤੀ ਦਾ ਵਿਸਰਾਮ ਗਾਵੈ ਕੋ ਤਾਣ, ਅਤੇ ਦੂਜੀ ਪੰਕਤੀ ਦਾ ਵਿਸਰਾਮ ਗਾਵੈ ਕੋ ਦਾਤ। ਕਈ ਵਿਦਵਾਨ ਮਹਾਂਪੁਰਖ ਜਿਹੜੇ ਨੇ ਉਹ ਗਾਵੈ ਕੋ 'ਤੇ ਵੀ ਲਾ ਦਿੰਦੇ ਨੇ, ਪਰ ਜੇ ਪਹਿਲੀਆਂ ਦੋ ਪੰਕਤੀਆਂ ਦੀ ਆਪਾਂ ਚਾਲ ਬਣਾਉਣੀ ਹੈ, ਉਹਦੇ ਨਾਲ ਸਾਧ ਸੰਗਤ ਜੀ ਦਾਤ ਦੇ ਉੱਤੇ ਹੀ ਵਿਸਰਾਮ ਜਿਹੜਾ ਹੈ ਉਹ ਠੀਕ ਹੈ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਇੱਥੇ ਸਾਧ ਸੰਗਤ ਜੀ ਨਿਸ਼ਾਨ ਸ਼ਬਦ ਜਾਂ ਨਿਸ਼ਾਨ ਇਸ ਤਰ੍ਹਾਂ ਦੇ ਨਾਲ ਉਚਾਰਨ ਨਹੀਂ ਕਰਨਾ। ਨੰਨੇ ਨੂੰ ਬਿਹਾਰੀ ਅਤੇ ਪਿੱਛੇ ਸਾਨ ਹੈ, ਇਸ ਕਰਕੇ ਦਾਤ ਅਤੇ ਵਿਸਰਾਮ ਲਾ ਕੇ ਜਾਣੈ ਨਿਸ਼ਾਨ। ਅੱਗੇ ਜਿੰਨੀਆਂ ਪੰਕਤੀਆਂ ਆ ਰਹੀਆਂ ਨੇ ਉਹ ਸਾਧ ਸੰਗਤ ਜੀ ਇਹ ਕੋ ਦੇ ਉੱਤੇ ਹੀ ਵਿਸਰਾਮ ਲੱਗਣਗੇ। ਤੋ ਜਿਵੇਂ ਗਾਵੈ ਕੋ ਗੁਣ ਵਡਿਆਈਆ ਚਾਰ, ਇੱਥੇ ਸਾਧ ਸੰਗਤ ਜੀ ਵਡਿਆਈਆਂ ਸ਼ਬਦ ਇਹ ਵੀ ਨਹੀਂ ਪੜ੍ਹਨਾ। ਬਿੰਦੀ ਸਾਧ ਸੰਗਤ ਜੀ ਆਪਾਂ ਸੰਕੋਚ ਕਰਨਾ ਹੈ ਕਿ ਜਿੱਥੇ ਸਾਧ ਸੰਗਤ ਜੀ ਲੋੜ ਹੈ ਉੱਥੇ ਹੀ ਆਪਾਂ ਬਿੰਦੀ ਲਾਈ ਜਾਵੇ। ਮਹਾਂਪੁਰਖ ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਇੰਦਰ ਸਿੰਘ ਜੀ ਰਕਬੇ ਵਾਲੇ ਮਹਾਂਪੁਰਖ, ਉਹਨਾਂ ਦੇ ਨਾਲ ਇੱਕ ਵਾਰੀ ਦਾਸ ਦੀ ਵਿਚਾਰ ਹੋਈ ਸੀ ਅਤੇ ਉਹ ਮਹਾਂਪੁਰਖ ਕਹਿੰਦੇ ਸੀ ਵੀ ਜਿੱਥੇ ਇੱਕ ਵਚਨ ਜਿਹੜਾ ਉੱਥੇ ਬਿੰਦੀ ਤੋਂ ਰਹਿਤ ਜੇ ਹੈ ਅਤੇ ਉੱਥੇ ਬਹੁ ਵਚਨ 'ਤੇ ਵੀ ਆਪਾਂ ਬਿੰਦੀ ਨਹੀਂ ਲਾਉਣੀ। ਅਤੇ ਜਿਹੜਾ ਸਾਧ ਸੰਗਤ ਜੀ ਸ਼ਬਦ ਇੱਕ ਵਚਨ ਬਿੰਦੀ ਦੇ ਨਾਲ ਆ ਰਿਹਾ ਹੈ ਉਹ ਬਿੰਦੀ ਤੋਂ ਬਿਨਾਂ ਬਣਦਾ ਹੀ ਨਹੀਂ, ਉੱਥੇ ਸਾਧ ਸੰਗਤ ਜੀ ਬਿੰਦੀ ਲਾਉਣੀ ਆਪਣੇ ਕੋਲੋਂ ਯੋਗ ਹੈ। ਜਿਵੇਂ ਸਾਧ ਸੰਗਤ ਜੀ ਅੱਗੇ ਪੰਕਤੀਆਂ ਆਉਣਗੀਆਂ ਬੇਨਤੀ ਕੀਤੀ ਜਾਵੇਗੀ ਤਾਂ ਉੱਥੇ ਸਾਧ ਸੰਗਤ ਜੀ ਆਪਣੇ ਕੋਲੋਂ ਜਿਹੜੀ ਬਿੰਦੀ ਲਾ ਲੈਣੀ ਹੈ, ਉਹਦਾ ਸਾਧ ਸੰਗਤ ਜੀ ਕੋਈ ਨੁਕਸਾਨ ਜਾਂ ਕੋਈ ਅਸ਼ੁੱਧਤਾ ਨਹੀਂ। ਜਿਵੇਂ ਵਡਿਆਈ ਸ਼ਬਦ ਇਹਦੇ 'ਤੇ ਇੱਕ ਵਚਨ ਵਡਿਆਈ ਹੈ, ਪਰ ਇੱਥੇ ਕੋਈ ਬਿੰਦੀ ਨਹੀਂ ਲੱਗਦੀ, ਇਸ ਕਰਕੇ ਵਡਿਆਈ ਆ। ਅਤੇ ਜਿਵੇਂ ਚੰਗਿਆਈ ਸ਼ਬਦ ਹੈ, ਇੱਥੇ ਵੀ ਕੋਈ ਬਿੰਦੀ ਨਹੀਂ ਲੱਗਦੀ, ਇਹ ਚੰਗਿਆਈਆ ਹੀ ਪੜ੍ਹਿਆ ਜਾਵੇਗਾ। ਤਾਂ ਇਸ ਤਰ੍ਹਾਂ ਆਪ ਜੀ ਨੇ ਖਿਆਲ ਰੱਖਣਾ। ਅੱਗੇ ਗੁਰਮੁਖ ਪਿਆਰਿਆਂ ਨੇ ਬਹੁਤ ਸ਼ੁੱਧਤਾ ਦੇ ਨਾਲ ਗਾਵੈ ਕੋ ਸਾਜ ਕਰੇ ਤਨ ਖੇਹ, ਇਸ ਤਰ੍ਹਾਂ ਦੇ ਨਾਲ ਹਾਹਾ ਜਿਹੜਾ ਸੀ ਉਹ ਉਚਾਰਨ ਕੀਤਾ ਸੀ। ਆਪ ਜੀ ਨੇ ਵੀ ਇਸੇ ਤਰ੍ਹਾਂ ਨੋਟ ਕਰਨਾ, ਖੇਹ ਸ਼ਬਦ ਨਹੀਂ ਵਰਤਣਾ ਆਪਣਾ ਆਮ ਬੋਲੀ ਵਾਲਾ। ਤੋ ਜਿਵੇਂ ਮਹਾਰਾਜ ਜੀ ਨੇ ਜਿਹੜੇ ਅੱਖਰ ਲਿਖੇ ਹੋਏ ਨੇ ਉਹਨਾਂ ਦਾ ਉਚਾਰਨ ਜਿਹੜਾ ਹੈ ਉਹ ਕਰਨਾ ਹੈ। ਗਾਵੈ ਕੋ ਜੀ ਲੈ ਫਿਰ ਦੇਹ, ਇੱਥੇ ਵੀ ਸਾਧ ਸੰਗਤ ਜੀ ਹਾਹਾ ਸ਼ਬਦ ਜਿਹੜਾ ਹੈ ਉਹ ਨਾਲ ਬੋਲਿਆ ਜਾਵੇਗਾ। ਤੋ ਆਪ ਜੀ ਅੱਗੇ ਪਾਠ ਸਰਵਣ ਕਰੋ ਜੀ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਦੂਰ, ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ, ਜੁੱਗਾ ਥੋੜ੍ਹਾ ਜਿਹਾ ਕੱਸ ਕੇ ਬੋਲਿਆ ਜਾਵੇਗਾ। ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਹਾਂਜੀ, ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਸੀ, ਇਹ ਜਿਹੜਾ ਦਿਨ ਦਾ ਸ਼ਬਦ ਹੈ ਇਹ ਜਿੱਥੇ ਮਰਜ਼ੀ ਆਪਾਂ ਬੋਲ ਲਈਏ, ਇਹ ਸਾਧ ਸੰਗਤ ਜੀ ਬਹੁ ਵਚਨ ਅਤੇ ਇੱਕ ਵਚਨ ਇਹ ਬਿੰਦੀ ਦੇ ਨਾਲ ਹੀ ਬਣਦਾ ਹੈ। ਇਸ ਕਰਕੇ ਮਹਾਂਪੁਰਖ ਵਿਦਵਾਨ ਪੁਰਖ ਜਿਹੜੇ ਨੇ ਇੱਥੇ ਇਹਨੂੰ ਦਿਨ ਦਾ ਪੜ੍ਹਾ ਦਿੰਦੇ ਨੇ। ਕਈ ਵਿਦਵਾਨ ਮਹਾਂਪੁਰਖ ਜਿਹੜੇ ਨੇ ਉਹ ਦੇਦਾ ਪਾਠ ਵੀ ਕਰਦੇ ਨੇ, ਸਾਰੇ ਸਤਿਕਾਰਯੋਗ ਨੇ। ਪਰ ਜਿਵੇਂ ਮਹਾਂਪੁਰਖਾਂ ਦੇ ਨਾਲ ਵਿਚਾਰ ਹੋਈ ਸੀ, ਆਪ ਜੀ ਦੇ ਨਾਲ ਮੈਂ ਬੇਨਤੀ ਕੀਤੀ, ਤਾਂ ਉਸ ਹਿਸਾਬ ਦੇ ਨਾਲ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਹੈ। ਅਤੇ ਅੱਗੇ ਪਾਹੇ ਸ਼ਬਦ ਦੇ ਨਾਲ ਇਹ ਪਾਏ ਨਹੀਂ ਪੜ੍ਹਨਾ, ਹਾਹੇ ਦਾ ਉਚਾਰਨ ਕਰਨਾ ਹੈ। ਅਤੇ ਯੁੱਗ ਜਿਵੇਂ ਸਾਧ ਸੰਗਤ ਜੀ ਆਪਾਂ ਕਹਿੰਦੇ ਹਾਂ ਵੀ ਯੁੱਗ,
ਉਹ ਇਹ ਇਸੇ ਤਰ੍ਹਾਂ ਦੇ ਨਾਲ ਪੋਲਾ ਜਾਂ ਜੁਗ ਨਹੀਂ, ਜੁਗਾ ਸ਼ਬਦ ਜਿਹੜਾ ਵਰਤਿਆ ਜਾਏਗਾ ਕਿ ਜੁਗਾ ਜੁਗੰਤਰ ਖਾਹੀ ਖਾਹੇ। ਇਸੇ ਤਰ੍ਹਾਂ ਦੇ ਨਾਲ ਹੁਕਮੀ ਹੁਕਮ ਚਲਾਏ ਰਾਹ। ਇੱਥੇ ਹੁਣ ਸਾਧ ਸੰਗਤ ਜੀ ਹਾਹੇ ਨੂੰ ਔਂਕੜ ਆ ਗਿਆ ਹੈ, ਉਹ ਹਾਹੇ ਦਾ ਔਂਕੜ ਵੀ ਆਪਾਂ ਉਚਾਰਨ ਕਰਨਾ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਰਾਰੇ ਨੂੰ ਲੰਬਾ ਕਰਕੇ ਹਾਹੇ ਦਾ ਔਂਕੜ ਉਹ ਛੋਟਾ ਕੀਤਾ ਜਾਵੇਗਾ, ਕਿਉਂਕਿ ਸਾਧ ਸੰਗਤ ਜੀ ਔਂਕੜ ਮੁਕਤਾ ਅਤੇ ਸਿਹਾਰੀ ਇਹ ਸਾਧ ਸੰਗਤ ਜੀ ਜਿਹੜੇ ਨੇ ਇਹ ਲਘੂ ਮਾਤਰਾ ਹਨ। ਇਹਨਾਂ ਦੀ ਆਵਾਜ਼ ਘਟਾ ਕੇ ਬੋਲੀ ਜਾਂਦੀ ਹੈ ਅਤੇ ਬਾਕੀ ਸਾਡੀਆਂ ਮਾਤਰਾਵਾਂ ਜਿਹੜੀਆਂ ਹਨ ਉਹ ਦੀਰਘ ਮੰਨੀਆਂ ਜਾਂਦੀਆਂ ਹਨ। ਰਾਰੇ ਨੂੰ ਕੰਨਾ ਇਹ ਦੀਰਘ ਮਾਤਰਾ ਹੈ ਅਤੇ ਹਾਹੇ ਨੂੰ ਔਂਕੜ ਇਹ ਲਘੂ ਹੈ। ਇਸ ਕਰਕੇ ਰਾਹ ਐਂ ਬੋਲਿਆ ਜਾਵੇਗਾ, ਅਤੇ ਜੇ ਆਪਾਂ ਰਾਹੋ ਕਹਾਂਗੇ ਉਹ ਹਾਹੇ ਨੂੰ ਜਿਹੜਾ ਹੈ ਉਹ ਹੋੜਾ ਲੱਗ ਜਾਵੇਗਾ। ਇਸੇ ਤਰ੍ਹਾਂ ਦੇ ਨਾਲ ਵੇ ਪ੍ਰਵਾਹ, ਅਤੇ ਵੇ ਪ੍ਰਵਾਹ ਸਾਧ ਸੰਗਤ ਜੀ ਇਹ ਵੇ ਜਿਹੜਾ ਹੈ ਇਹਨੂੰ ਥੋੜ੍ਹਾ ਜਿਹਾ ਬਿਲਕੁਲ ਥੋੜ੍ਹਾ ਜਿਹਾ ਆਪਾਂ ਲੰਬਾ ਕਰਕੇ ਥੋੜ੍ਹਾ ਜਿਹਾ ਅੱਡ ਪੜਾਂਗੇ। ਕਈ ਜਿਹੜੇ ਨੇ ਵੇਪਰ ਕਹਿ ਕੇ ਫਿਰ ਵਾਹੋ ਕਹਿੰਦੇ ਨੇ, ਵੇਪਰ ਵਾਹੋ ਐ ਨਹੀਂ, ਇਹ ਵਾਵਾ ਜਿਹੜਾ ਹੈ ਇਹ ਨਾਲ ਥੋੜ੍ਹਾ ਜਿਹਾ ਸੰਬੰਧਕ ਕਰਕੇ ਵੇ ਪ੍ਰਵਾਹ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਪਾਠ ਕਰਨਾ ਹੈ। ਅਤੇ ਉੱਪਰ ਪਾਠ ਆਇਆ ਸੀ ਤੋਟ, ਉਹ ਤੱਤੇ ਦੇ ਨਾਲ ਹੈ। ਕਈ ਵਾਰੀ ਆਪਾਂ ਦੋਵੇਂ ਟੈਂਕੇ ਬੋਲ ਜਾਂਦੇ ਹਾਂ, ਟੋਟ ਕਹਿ ਦਿੰਦੇ ਹਾਂ, ਤਾਂ ਉਹ ਤੱਤੇ ਨੂੰ ਹੋੜਾ ਅਤੇ ਟੈਂਕਾ ਜਿਹੜਾ ਹੈ ਤੋਟ। ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਉਚਾਰਨ ਕਰਨਾ। ਬਾਕੀ ਆਪ ਜੀ ਦੀ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਆਪ ਜੀ ਦੇ ਕੋਲ ਪੈਨ ਕਾਪੀਆਂ ਹਨ। ਜਿਹੜੇ ਪਾਠ ਦਾ ਕਈ ਵਾਰੀ ਸਟੇਜ ਦੇ ਉੱਤੋਂ ਨਿਰਣਾ ਨਹੀਂ ਹੁੰਦਾ ਜਾਂ ਕੋਈ ਰਹਿ ਜਾਂਦਾ ਹੈ ਜਾਂ ਕੋਈ ਆਪ ਜੀ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ, ਉਹ ਆਪ ਜੀ ਨੇ ਪਰਚੀ ਲਿਖ ਲੈਣੀ ਹੈ ਅਤੇ ਕਿਸੇ ਸਿੰਘ ਨੂੰ ਕਹਿ ਕੇ ਉਹ ਸਟੇਜ ਦੇ ਉੱਤੇ ਪਹੁੰਚਦੀ ਕਰ ਦੇਣੀ ਹੈ। ਅਤੇ ਉਸੇ ਤਰ੍ਹਾਂ ਜਿਵੇਂ ਵੀ ਹੋ ਸਕਿਆ ਉਹ ਆਪ ਜੀ ਦੇ ਸ਼ੰਕੇ ਦੀ ਨਿਵਰਤੀ ਕਰਨ ਦਾ ਯਤਨ ਕੀਤਾ ਜਾਵੇਗਾ। ਇਹਦੇ ਨਾਲ ਕੀ ਹੋਵੇਗਾ ਕਿ ਰਹਿੰਦਾ ਜਿਹੜਾ ਪਾਠ ਜੇ ਕੋਈ ਰਹਿ ਗਿਆ ਉਹ ਵੀ ਸਾਧ ਸੰਗਤ ਜੀ ਉਹਦਾ ਵੀ ਨਿਰਣਾ ਹੋ ਜਾਵੇਗਾ। ਜੇ ਆਪ ਜੀ ਦੇ ਮਨ ਦੇ ਵਿੱਚ ਕੋਈ ਰਹਿ ਜਾਵੇ ਕਿ ਪਾਠ ਰਹਿ ਗਿਆ, ਉਹ ਆਪ ਜੀ ਨੇ ਛੋਟੀ ਜਿਹੀ ਪਰਚੀ ਬਣਾ ਕੇ ਸਟੇਜ 'ਤੇ ਪਹੁੰਚਦੀ ਕਰਨੀ ਹੈ। ਹਾਂਜੀ, ਬਾਅਦ ਦੇ ਵਿੱਚ ਵੀ ਆਪ ਦੇ ਸਕਦੇ ਹੋ। ਅਤੇ ਜਦੋਂ ਜਿਵੇਂ ਹੁਣ ਆਪਾਂ 2 ਘੰਟੇ ਬਾਅਦ ਆਪਣਾ ਜਿਹੜਾ ਹੈ ਉਹ ਬ੍ਰੇਕ ਹੋਵੇਗੀ, ਉੱਥੇ ਆਪ ਜੀ ਨੇ ਸਟੇਜ 'ਤੇ ਪਰਚੀ ਪਹੁੰਚਦੀ ਕਰ ਦੇਣੀ ਹੈ। ਜਾਂ ਕਈ ਵਾਰੀ ਅੱਜ ਦੇ ਪਾਠ ਦੇ ਵਿੱਚ ਰਹਿ ਜਾਵੇ ਅਤੇ ਉਹਨਾਂ ਸਾਰਿਆਂ ਪਾਠਾਂ ਦਾ ਨਿਰਣਾ ਕੱਲ੍ਹ ਨੂੰ ਕਰਕੇ ਫਿਰ ਅੱਗੇ ਪਾਠ ਜਿਹੜਾ ਆਰੰਭ ਕੀਤਾ ਜਾਵੇਗਾ। ਇਹ ਜਪਜੀ ਸਾਹਿਬ ਸਾਧ ਸੰਗਤ ਜੀ ਬਾਣੀ ਬਿਲਕੁਲ ਧਿਆਨਯੋਗ ਬਾਣੀ ਹੈ, ਸਾਡੇ ਨਿਤਨੇਮ ਦੀ ਬਾਣੀ ਹੈ, ਮੁਕਤੀ ਦਾਨ ਦੇਣ ਵਾਲੀ ਬਾਣੀ ਹੈ। ਇਸ ਕਰਕੇ ਆਪ ਜੀ ਨੇ ਬਿਲਕੁਲ ਧਿਆਨ ਦੇ ਨਾਲ ਕੱਲਾ ਕੱਲਾ ਪਾਠ ਨੋਟ ਕਰਨਾ ਅਤੇ ਆਪਣੇ ਜਿਹਨ ਦੇ ਵਿੱਚ ਬਿਠਾਉਣ ਦਾ ਯਤਨ ਕਰਨਾ ਹੈ। ਹਾਂਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਅੱਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਵਾਹਿਗੁਰੂ। ਸਤ ਸੰਗਤ ਜੀ ਭੱਟ ਸਿੰਘ ਨੇ ਪਾਠ ਕੀਤੇ ਨੇ, ਆਪ ਸਰਵਣ ਕਰ ਰਹੇ ਹੋ। ਬੇਨਤੀਆਂ ਕਰਾਂ ਕਿ ਗਿਆਨੀ ਜੀ ਦੱਸ ਰਹੇ, ਇੱਕ ਤਾਂ ਲਾਵਾਂ ਦਲਾਵਾਂ ਦਾ ਖਿਆਲ ਰੱਖਣਾ, ਇੱਕ ਜਿਹੜੀ ਲਘੂ ਅਤੇ ਦੀਰਘ ਮਾਤਰਾ, ਇਹਦਾ ਲਘੂ ਦੀਰਘ ਤੋਂ ਹੁੰਦਾ ਵੀ ਇੱਕ ਛੋਟੀ ਮਾਤਰਾ ਇੱਕ ਵੱਡੀ ਮਾਤਰਾ, ਅਤੇ ਇਹ ਆਪ ਧਿਆਨ ਰੱਖਿਓ। ਅਤੇ ਪਾਠ ਆਏ ਨੇ 2 ਧਿਆਨ ਰੱਖਣ ਵਾਲੇ, ਇੱਕ ਮੁਹਾਉ ਕੇ ਬੋਲਣਾ ਬੋਲੀਏ। ਮੁਹਾਉ ਮੰਮੇ ਦਾ ਜਿਹੜਾ ਔਂਕੜ ਉਹ ਵੀ ਆਪਾਂ ਉਚਾਰਨ ਕਰਾਉਣਾ। ਕਈ ਵਾਰੀ ਅਸੀਂ ਮਹਾਉ ਕੇ ਕਹਿ ਜਾਂਦੇ ਹਾਂ, ਔਂਕੜ ਸਾਡੇ ਕੋਲ ਰਹਿ ਜਾਂਦਾ, ਉਹ ਕੁਛ ਅਰਥ ਬਣਦਾ ਨਹੀਂ। ਇਹਦਾ ਮੋਹ ਵੀ ਮੂੰਹ ਤੋਂ ਅਸੀਂ ਕਿਹੜਾ ਬਚਨ ਕਰੀਏ, ਮੁੱਖ ਤੋਂ ਮੋਹ ਕੇ ਬੋਲਣ। ਮੋਹ ਔਂਕੜ ਕਈ ਵਾਰੀ ਅਸੀਂ ਆਮ ਛੱਡ ਜਾਂਦੇ ਅਤੇ ਅਸੀਂ ਕਹਿ ਜਾਂਦੇ ਮਹਾਉ ਕੇ ਬੋਲਣ ਬੋਲੀਏ। ਇਹ ਧਿਆਨ ਰੱਖਣਾ। ਪਾਠੀ ਸਿੰਘ ਨੇ ਸ਼ੁੱਧ ਪਾਠ ਕੀਤਾ। ਅੱਗੇ ਪਾਠ ਆਇਆ ਹੈ, ਨਾਨਕ ਏਵੈ ਜਾਣੀ ਹੈ। ਏਵੈ ਈੜੀ ਨੂੰ
ਇੱਕ ਲਾਂ ਲੱਗੀ ਆ ਤੇ ਅੱਗੇ ਵਾਵਾ ਉਹਨੂੰ ਦੋ ਦਲਾਵਾਂ ਲੱਗੀਆਂ। ਅਸੀਂ ਇਹ ਪਾਠ ਸੁਣਿਆ ਹੈ, ਸਿਆਣੇ ਬੈਠੇ ਦਰਸ਼ਨ ਸਿੰਘ ਹੋਰੀ ਇਹਨਾਂ ਨੇ ਵੀ ਸੁਣਾ ਹੋਵੇਗਾ। ਆਮ ਜਿਹੜੇ ਵਿਚਾਰੇ ਪਾਠੀ ਨੇ ਨਾ, ਉਹ ਨਾਨਕ ਐਵੇਂ ਜਾਣੀਏ, ਇਹ ਸੁਣਿਆ ਹੈ ਸੀ ਪਾਠ, ਐਵੇਂ ਕਹਿ ਨਹੀਂ, ਇੱਦਾਂ ਨਹੀਂ, ਧਿਆਨ ਰੱਖੋ। ਨਾਨਕ ਏਵੈ ਜਾਣੀ ਹੈ ਸਭ ਆਪੇ ਸਚਿਆਰ। ਇਸੇ ਪ੍ਰਕਾਰ ਨਾਲ ਬੇਨਤੀ ਕੀਤੀ ਜਾਵੇਗੀ, ਸਾਰੇ ਧਿਆਨ ਰੱਖੋ। ਹਾਂਜੀ, ਜਿਵੇਂ ਮਹਾਂਪੁਰਖਾਂ ਨੇ ਦੱਸਿਆ, ਆਪ ਜੀ ਨੇ ਨੋਟ ਕਰਨਾ। ਅਤੇ ਸਾਚਾ ਸਾਹਿਬ ਪਾਠ ਅੱਗੇ ਆਉਂਦਾ। ਕਈ ਵਾਰੀ ਸਾਡੇ ਜ਼ੁਬਾਨ ਦੇ ਉੱਤੇ ਸਾਹਿਬ ਜਾਂ ਸਾਹਿਬ ਪੜ੍ਹ ਜਾਂਦੇ ਆ। ਸਾਚਾ ਸਾਹਿਬ ਉਹ ਇਸ ਤਰ੍ਹਾਂ ਨਹੀਂ, ਹਾਹੇ ਦਾ ਉਚਾਰਨ ਕਰਨਾ ਅਤੇ ਸੱਸੇ ਦੇ ਕੰਨੇ ਦਾ ਵੀ ਉਚਾਰਨ ਕਰਨਾ। ਸਾਹਿਬ ਅਤੇ ਅੱਗੇ ਨਾਏ, ਇਹਨੂੰ ਵੀ ਆਪਾਂ ਕਈ ਵਾਰੀ ਨਾਏ ਪੜ੍ਹਦੇ ਹਾਂ ਬਿੰਦੀ ਲਾ ਕੇ। ਬਿੰਦੀ ਦਾ ਇੱਥੇ ਆਪਾਂ ਸਾਧ ਸੰਗਤ ਜੀ ਵਰਤੋਂ ਨਹੀਂ ਕਰਨੀ, ਪ੍ਰਯੋਗ ਨਹੀਂ ਕਰਨਾ। ਭਾਖਿਆ ਭਾਓ, ਇੱਥੇ ਭੱਬੇ ਦਾ ਕੰਨਾ ਜ਼ਰੂਰ ਖਿਆਲ ਰੱਖਣਾ, ਕਿਉਂਕਿ ਜੇ ਕੰਨਾ ਲੱਗਾ ਤੇ ਅਰਥ ਪ੍ਰੇਮ ਹੈ, ਅਤੇ ਜੇ ਕੰਨਾ ਕੱਟਿਆ ਗਿਆ ਤੇ ਅਰਥ ਡਰ ਬਣ ਜਾਵੇਗਾ। ਇਸ ਕਰਕੇ ਪੰਕਤੀ ਦੇ ਅਰਥ ਦਾ ਅਨਰਥ ਹੋ ਜਾਂਦਾ ਹੈ। ਇੱਥੇ ਸਾਧ ਸੰਗੀ ਭਾਖਿਆ ਭਾਓ, ਫਿਰ ਆਖ ਹੈ ਮੰਗ ਹੈ, ਆਖੇ ਮੰਗੇ ਨਹੀਂ ਪੜ੍ਹਨਾ, ਆਖ ਹੈ ਮੰਗ ਹੈ, ਦੇਹ ਦੇਹ, ਤੋ ਇਹਨਾਂ ਹਾਹਿਆਂ ਦਾ ਉਚਾਰਨ ਕਰਨਾ ਹੈ। ਫਿਰ ਸਾਧ ਸੰਗਤ ਜੀ ਅੱਗੇ ਆ ਜਾਂਦਾ ਫੇਰ, ਇੱਥੇ ਜਮਕੀ ਲੱਗਦੀ ਹੈ, ਅਤੇ ਜੇ ਆਪਾਂ ਜਮਕੀ ਨਹੀਂ ਲਾਉਂਦੇ ਫਿਰ ਪਾਠ ਜਾਂਦਾ ਫੇਰ ਕੇ। ਫੇਰ ਕੇ ਹੁੰਦਾ ਘੁਮਾ ਕੇ, ਇਹਦਾ ਅਰਥ ਬਣ ਜਾਵੇਗਾ। ਜਿਸ ਕਰਕੇ ਜਮਕੀ ਲਾਵਾਂਗੇ ਫੇਰ ਕੇ ਅੱਗੇ ਰੱਖੀ ਹੈ। ਇਹ ਸਵਾਲ ਰੂਪ ਪੰਕਤੀ ਹੈ, ਸਿੱਧਾਂ ਦੇ ਮਹਾਰਾਜ ਜੀ ਨੂੰ ਸਵਾਲ ਹੋ ਰਹੇ ਨੇ। ਇਸ ਕਰਕੇ ਅੱਗੇ ਇਹਦੀਆਂ ਗੱਗੇ ਦੀਆਂ ਦੁਲਾਵਾਂ ਦਾ ਖਿਆਲ ਰੱਖਣਾ, ਅੱਗੇ ਨਹੀਂ। ਜਿਤ ਦਿਸਾ, ਇਹ ਪੋਲਾ ਜਿਹਾ ਹੀ ਪਾਠ ਕਰਨਾ, ਜਿਵੇਂ ਪਾਠੀ ਸਿੰਘ ਸਾਹਿਬ ਨੇ ਕੀਤਾ, ਗਿਆਨੀ ਜੀ ਨੇ। ਇਹਨੂੰ ਦਿਸਾ ਨਹੀਂ ਕਹਿਣਾ, ਬਿਲਕੁਲ ਕੱਸ ਕੇ। ਅਤੇ ਦਰਬਾਰ ਦਾ ਵੀ ਆਪਾਂ ਕਈ ਵਾਰੀ ਵਾਹਵਾ ਬੋਲ ਜਾਂਦੇ ਹਾਂ, ਦਰਬਾਰ। ਇੱਥੇ ਬੱਬੇ ਦਾ ਪੂਰਾ ਖਿਆਲ ਰੱਖਣਾ। ਤੋ ਜਿਵੇਂ ਸਾਧ ਸੰਗਤ ਜੀ ਆਪਾਂ ਪੱਪੇ ਵਾਲੀ ਲਾਈਨ ਆਪਾਂ ਪੜ੍ਹ ਕੇ ਵੇਖ ਲਈਏ ਮਹਾਰਨੀ ਦੀ, ਉਹ ਸਾਡੇ ਦੋਵੇਂ ਬੁੱਲ ਜੁੜਦੇ ਨੇ। ਅਤੇ ਬੱਬਾ ਸਾਧ ਸੰਗਤ ਜੀ ਬੋਲਣ ਲੱਗਿਆ, ਸਾਡੇ ਦੋਵੇਂ ਬੁੱਲ ਜਿਹੜੇ ਨੇ ਤੋ ਉਹ ਘੁੱਟ ਕੇ ਇੱਕ ਦੂਜੇ ਦੇ ਨਾਲ ਮਿਲਦੇ ਨੇ, ਜੁੜਦੇ ਨੇ। ਇਸ ਕਰਕੇ ਜਦੋਂ ਬੱਬਾ ਉਚਾਰਨ ਕਰਾਂਗੇ, ਸਾਡੇ ਦੋਵੇਂ ਬੁੱਲ ਜੁੜ ਕੇ ਸਮਝ ਲਓ ਬੱਬਾ ਉਚਾਰਨ ਕੀਤਾ, ਅਤੇ ਵਾਹਵਾ ਜਿਹੜਾ ਉਹ ਢਿੱਲਾ ਰਹਿ ਜਾਂਦਾ, ਉਹਦੇ ਨਾਲ ਸਾਡੇ ਬੁੱਲ ਨਹੀਂ ਜੁੜਦੇ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹਨਾਂ ਪਾਠਾਂ ਦਾ ਦਰਬਾਰ, ਇਹ ਬੱਬੇ ਦਾ ਖਿਆਲ ਰੱਖਣਾ। ਅੱਗੇ ਉਹ ਮਹਾਂਪੁਰਖਾਂ ਨੇ ਆਪ ਜੀ ਨੂੰ ਦੱਸ ਦਿੱਤਾ ਹੈ, ਜਿਤ ਸੁਣ ਧਰੇ ਪਿਆਰ ਅੰਮ੍ਰਿਤ। ਇਹਨੂੰ ਕਈ ਵਾਰੀ ਆਪਾਂ ਅੰਮ੍ਰਿਤ ਪੜ੍ਹ ਦਿੰਦੇ ਹਾਂ, ਕਿਉਂਕਿ ਆਮ ਸਾਡੀ ਬੋਲੀ ਦਾ ਸ਼ਬਦ ਕੀ, ਅੰਮ੍ਰਿਤ ਕੀਰਤਨ ਹੋ ਰਿਹਾ, ਅੰਮ੍ਰਿਤ ਛਕਣਾ, ਅੰਮ੍ਰਿਤ ਵੇਲਾ। ਪਰ ਇੱਥੇ ਸਾਧ ਸੰਗਤ ਜੀ ਜਿਵੇਂ ਲਿਖਿਆ ਉਵੇਂ ਅੰਮ੍ਰਿਤ, ਅੰਗ ਰਹਿਤ ਕਰਨ ਵਾਲਾ, ਮ੍ਰਿਤ ਮੌਤ, ਮੌਤ ਤੋਂ ਰਹਿਤ ਕਰਨ ਵਾਲੀ ਤਾਕਤ ਅੰਮ੍ਰਿਤ। ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹਨਾਂ ਸਾਰਿਆਂ ਪਾਠਾਂ ਦਾ ਆਪ ਜੀ ਨੇ ਅੱਗੇ ਮਹਾਂਪੁਰਖਾਂ ਨੇ ਦੱਸ ਦਿੱਤਾ। ਕੱਪੜਾ ਸ਼ਬਦ ਜਿਹੜਾ ਉਹ ਬਿਲਕੁਲ ਕੱਸ ਕੇ ਕੀਤਾ ਜਾਵੇਗਾ। ਅਤੇ ਮੋਖ ਦੁਆਰ, ਇਹ ਵੀ ਧਿਆਨ ਦੇ ਨਾਲ ਖੱਖੇ ਦਾ ਉਚਾਰਨ ਕਰਕੇ ਮੋਖ ਦੁਆਰ। ਇਹ ਸਾਧ ਸੰਗਤ ਜੀ ਇਹ ਨੇੜਲਾ ਸੰਬੰਧ ਇਹਨਾਂ ਦੋਵਾਂ ਪਾਠਾਂ ਦਾ ਹੈ। ਥੋੜ੍ਹਾ ਜਿਹਾ ਛੇਤੀ ਦੇ ਨਾਲ ਹੀ ਬੋਲਿਆ ਜਾਵੇ ਤੇ ਬਿਲਕੁਲ ਸ਼ੁੱਧ ਹੋਵੇਗਾ। ਹਾਂਜੀ, ਅੱਗੇ ਪਾਠ ਸਰਵਣ ਕਰੀਏ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਹਾਂਜੀ, ਇਸ ਪੌੜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ। ਤੋ ਨੰਨੇ ਸਾਧ ਸੰਗਤ ਜੀ ਮੁਕਤ ਹੀ ਸਾਰੇ ਆ ਰਹੇ ਨੇ। ਆਪ ਜੀ ਨੇ ਦਰਸ਼ਨ ਕਰਨੇ ਧਿਆਨ ਦੇ ਨਾਲ ਜਪਜੀ ਸਾਹਿਬ ਬਾਣੀ ਦੇ। ਇਹਦੇ ਵਿੱਚ ਸਾਧ ਸੰਗਤ ਜੀ ਸਾਰੀ ਬਾਣੀ ਦੇ ਵਿੱਚ 6 ਨੰਨੇ ਆਉਣਗੇ, ਜਿਨ੍ਹਾਂ ਦੇ ਨਾਲ ਕੰਨੇ ਆਉਣਗੇ, ਅਤੇ 64 ਤਕਰੀਬਨ ਐਸੇ ਨੰਨੇ ਨੇ ਜਿਹੜੇ ਬਿਲਕੁਲ ਮੁਕਤ ਆ ਰਹੇ ਨੇ। ਪਰ ਕਈ ਵਾਰੀ ਆਪਾਂ ਸਾਰਿਆਂ ਦੇ ਨਾਲ ਹੀ ਤੋਂ ਜੋੜ ਕੇ ਕੰਨਾ ਲਾ ਦਿੰਦੇ ਹਾਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕੰਨਾ ਲੱਗ ਜਾਂਦਾ, ਉਹ ਅਸ਼ੁੱਧ ਹੋ ਜਾਂਦਾ, ਕਿਉਂਕਿ ਨੰਨਾ ਮੁਕਤਾ ਹੈ, ਇਹ ਛੋਟਾ ਰਹਿ ਜਾਂਦਾ। ਜਿਵੇਂ ਮਹਾਂਪੁਰਖਾਂ ਨੇ ਲਘੂ ਦੀਰਘ ਦਾ ਆਪ ਜੀ ਨੂੰ ਸੌਖਾ ਹੀ ਦੱਸ ਦਿੱਤਾ।
ਵੀ ਛੋਟੀ ਦੇ ਵੱਡੀ ਮਾਤਰਾ। ਇਸ ਕਰਕੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਅੱਗੇ ਆਪੇ ਆਪ ਨਿਰੰਜਨ। ਇਸ ਪਾਠ ਨੂੰ ਵੀ ਆਪਾਂ ਕਈ ਵਾਰੀ ਨਿੰਝੇ ਦੇ ਨਾਲ ਨਿਰੰਜਨ ਕਹਿ ਦਿੰਦੇ ਆ, ਪਰ ਜਿਵੇਂ ਗੁਰਮੁਖਾਂ ਨੇ ਪਾਠ ਉਚਾਰਨ ਕੀਤਾ ਜੱਜਾ ਇਹਦੇ ਵਿੱਚ ਪ੍ਰਯੋਗ ਕਰਨਾ, ਨਿਰੰਜਨ ਜਿਵੇਂ ਲਿਖਿਆ ਹੋਇਆ। ਅੱਗੇ ਨਾਨਕ ਗਾਵੀਐ, ਇੱਥੇ ਐੜੇ ਦਾ ਧਿਆਨ ਰੱਖਣਾ। ਆਪਾਂ ਗਾਵੀਏ ਪੜ੍ਹ ਜਾਂਦੇ ਆ, ਪਰ ਐੜੇ ਦੇ ਉੱਪਰ ਦਲਾਵਾਂ ਲਾ ਕੇ ਗਾਵੀਐ। ਅੱਗੇ ਫਿਰ ਗਾਵੀਐ ਸੁਣੀਐ ਮਨ ਰੱਖੀਐ, ਇੱਥੇ ਐੜੇ ਤੇ ਫਿਰ ਦਲਾਵਾਂ ਨੇ, ਤੇ ਭੱਬੇ ਕੰਨਾ ਫਿਰ ਆਪ ਜੀ ਨੇ ਧਿਆਨ ਦੇਣਾ ਭਾਵ। ਤੇ ਅੱਗੇ ਸਾਧ ਸੰਗਤ ਜੀ ਜਿਹੜਾ ਵਿਸ਼ੇਸ਼ ਧਿਆਨਯੋਗ ਜਿਹੜਾ ਵਿਸ਼ਰਾਮ ਹੈ, ਜਿਵੇਂ ਗੁਰਮੁਖਾਂ ਨੇ ਲਾਇਆ ਗੁਰ ਈਸਰ, ਇੱਥੇ ਵੀ ਜਮਕ ਹੈ। ਗੁਰ ਗੋਰਖ, ਇੱਥੇ ਵੀ ਜਮਕ ਲਾਉਣੀ ਹੈ। ਬਰਮਾ ਗੁਰ, ਇੱਥੇ ਜਾ ਕੇ ਸਾਧ ਸੰਗਤ ਜੀ ਵਿਸ਼ਰਾਮ ਲੱਗਦਾ ਹੈ। ਕਈ ਸਾਧ ਸੰਗਤ ਜੀ ਵਿਦਵਾਨ ਜਿਹੜੇ ਨੇ ਉਹ ਵਿਸ਼ਰਾਮ ਸਾਧ ਸੰਗਤ ਜੀ ਬਰਮਾ 'ਤੇ ਲਾ ਕੇ ਗੁਰ ਪਾਰਬਤੀ ਮਾਈ ਦੇ ਨਾਲ ਇਸ ਤਰ੍ਹਾਂ ਦੇ ਨਾਲ ਉਚਾਰਨ ਕਰਦੇ ਨੇ। ਪਰ ਸੰਪਰਦਾ ਦੇ ਵਿੱਚ ਜਿਵੇਂ ਇਹ ਵਿਸ਼ਰਾਮ ਪੜ੍ਹਾਇਆ ਤੇ ਦੱਸਿਆ ਜਾਂਦਾ ਪਕਾਉਣ ਵਾਸਤੇ ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ, ਜਿਵੇਂ ਗੁਰਮੁਖਾਂ ਨੇ ਕੀਤਾ। ਇਸੇ ਤਰ੍ਹਾਂ ਆਪ ਜੀ ਨੇ ਆਪਣੇ ਜਿਹਨ ਦੇ ਵਿੱਚ ਪੱਕਾ ਇਸ ਵਿਸ਼ਰਾਮ ਨੂੰ ਬਿਠਾ ਲੈਣਾ ਜੀ। ਹਾਂਜੀ, ਅੱਗੇ ਪਾਠ ਕਰੀਏ। ਸੋ ਆਪਣਾ ਇਹਦੇ ਵਿੱਚ ਪਾਠ ਗੁਰਮੁਖ, ਸੋ ਪਾਠੀ ਸਿੰਘ ਨੇ ਮਹਿਸੂਸ ਹੋਇਆ ਜਿਵੇਂ ਵੱਖੋ ਵੱਖਰੇ ਕੀਤੇ ਹੁੰਦੇ ਆ। ਇਹ ਵੱਖੋ ਵੱਖਰਾ ਪਾਠ ਨਹੀਂ, ਗੁਰਮੁਖ ਆਪਾਂ ਇਕੱਠੇ ਹੀ ਕਰਨੇ ਆ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਸੋ ਬਾਕੀ ਜਿਵੇਂ ਗਿਆਨੀ ਜੀ ਨੇ ਦੱਸਿਆ, ਸੋ ਬਰਮਾ ਗੁਰ ਵਾਲਾ ਵਿਸਰਾਮ ਆ, ਇਹਦਾ ਖਿਆਲ ਰੱਖਣਾ ਭਾਈ। ਇੱਕ ਇੱਕ ਗੁਰ ਤਿੰਨਾਂ ਨਾਲ ਪੜ੍ਹਨਾ, ਇਹੋ ਹੀ ਸਹੀ ਹੋਊਗਾ। ਅਕਾਲ ਪੁਰਖ ਹੀ ਤਿੰਨਾਂ ਦਾ ਗੁਰੂ ਹੈ, ਵੱਡਾ ਹੈ। ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਜਿਵੇਂ ਗਿਆਨੀ ਜੀ ਨੇ ਦੱਸਿਆ ਹੈ, ਇਉਂ ਇਸ ਦਾ ਖਿਆਲ ਰੱਖਣਾ ਵਿਸ਼ੇਸ਼ ਕਰਕੇ। ਪਾਰਬਤੀ ਮਾਈ ਇਕੱਠਾ, ਸੋ ਵੱਖਰਾ ਪਾਠ ਕਰਨਾ ਹੈ। ਸੋ ਤੀਜੇ ਗੁਰ 'ਤੇ ਸਾਹ ਵਿਸਰਾਮ ਠੀਕ ਹੈ। ਅੱਗੇ ਪੜ੍ਹੋ ਜੀ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਏ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਹਾਂਜੀ, ਜਿਵੇਂ ਆਪ ਜੀ ਨੇ ਸਰਵਣ ਕੀਤਾ, ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਸਾਹਿਬ ਜੀ, ਉਹਨਾਂ ਨੇ ਮਹਿਸੂਸ ਕੀਤਾ ਕਿ ਪਾਠ ਜਿਵੇਂ ਵੱਖਰਾ ਕੀਤਾ ਗਿਆ। ਤੇ ਸਾਧ ਸੰਗਤ ਜੀ, ਇਹ ਗੁਰਮੁਖ ਸ਼ਬਦ ਜਿਹੜਾ ਹੈ, ਇਹ ਮੰਮੇ ਨੂੰ ਔਂਕੜ ਦਾ ਆਪਾਂ ਜ਼ਰੂਰ ਖਿਆਲ ਰੱਖਣਾ ਹੈ। ਤੇ ਪਾਠੀ ਸਿੰਘ ਨੇ ਇਹ ਸਾਨੂੰ ਖਿਆਲ ਕਰਾਉਣ ਵਾਸਤੇ ਹੀ ਥੋੜ੍ਹਾ ਜਿਹਾ ਪਾਠ 'ਤੇ ਜ਼ੋਰ ਦਿੱਤਾ ਹੈ, ਤੇ ਸਾਡੇ ਵੱਲ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਵੀ ਇਸ ਪਾਠ ਨੂੰ ਦੱਸਿਆ ਜਾਵੇ। ਕਿਉਂਕਿ ਆਪਣਾ ਸ਼ਬਦ ਹੁੰਦਾ ਗੁਰਮੁਖਾ ਆ, ਗੁਰਮੁਖਾ ਬਹਿ, ਉਹ ਆਪਾਂ ਮੰਮੇ ਵਾਲਾ ਔਂਕੜ ਕਿਤੇ ਨਹੀਂ ਬੋਲਦੇ ਆਮ ਬੋਲ ਚਾਲ ਬੋਲੀ ਦੇ ਵਿੱਚ। ਇਸ ਕਰਕੇ ਗੁਰਬਾਣੀ ਦੇ ਵਿੱਚ ਆਪਾਂ ਸਾਧ ਸੰਗਤ ਜੀ ਪੜ੍ਹਨ ਲੱਗਿਆਂ ਆਪਾਂ ਵੈਸੇ ਵੀ ਸੁਭਾਅ ਬਣਾਈਏ, ਜਿਵੇਂ ਮਨਮੁਖ ਹੁੰਦਾ ਮਨਮੁਖ, ਉਵੇਂ ਹੀ ਸਾਧ ਸੰਗਤ ਜੀ ਗੁਰਮੁਖ ਹੈ। ਅਤੇ ਇਸ ਕਰਕੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਪਾਠ ਆਪਾਂ ਕਰਨੇ ਨੇ। ਜੇ ਹਾਓ ਇਹ ਇਕੱਠਾ ਨਹੀਂ ਕਰਨਾ, ਜੇ ਲੰਮਾ ਕਰਕੇ ਜੇ ਹਾਓ ਜਾਣਾ ਆਖਾ ਨਾਹੀ, ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਪਾਠ ਕਰਨਾ ਹੈ। ਅੱਗੇ ਗੁਰਾਂ ਸ਼ਬਦ ਦੇ ਉੱਤੇ ਵੀ ਆਪਾਂ ਬਿੰਦੀ ਨਹੀਂ ਲਾਉਣੀ। ਇਹ ਬਿਲਕੁਲ ਜਿਵੇਂ ਆਪ ਜੀ ਨੂੰ ਅੱਗੇ ਇੱਕ ਵਚਨ ਬਹੁ ਵਚਨ ਬਾਰੇ ਦੱਸਿਆ ਸੀ, ਗੁਰ ਸ਼ਬਦ ਬੋਲਣ ਲੱਗਿਆਂ ਕੋਈ ਬਿੰਦੀ ਨਹੀਂ ਲੱਗਦੀ। ਇਸ ਕਰਕੇ ਗੁਰਾ, ਕਈ ਵਿਦਵਾਨ ਮਹਾਂਪੁਰਖ ਜਿਹੜੇ ਨੇ ਉਹ ਬਹੁ ਵਚਨ ਮੰਨਦਿਆਂ ਹੋਇਆਂ ਬਿੰਦੀ ਲਾ ਦਿੰਦੇ ਨੇ, ਪਰ ਆਮ ਕਰਕੇ ਸੰਪਰਦਾ ਦੇ ਵਿੱਚ ਗੁਰਾ ਭਾਵ ਕਿ ਗੁਰੂ ਸਾਹਿਬ ਜੀ ਇੱਕ ਦੇਹ 부ਝਾਈ। ਇਹ 부ਝਾਈ ਜਿਹੜਾ ਇਹ ਵੀ ਥੋੜ੍ਹਾ ਜਿਹਾ ਕੱਸ ਕੇ ਬੋਲਿਆ ਜਾਏਗਾ, ਕਿਉਂਕਿ ਸਮਝਾਉਣ ਦਾ ਵਾਚਕ ਹੈ। ਤੋ ਇਸ ਤਰ੍ਹਾਂ ਦੇ ਨਾਲ ਸਭਨਾ ਜੀਆ ਕਾ ਇੱਕ ਦਾਤਾ, ਤੋ ਇਹ ਵੀ ਸਾਧ ਸੰਗਤ ਜੀ ਜਮਕ ਦਾ ਆਪਾਂ ਖਿਆਲ ਰੱਖਣਾ। ਕਈ ਵਾਰੀ ਆਪਾਂ ਜੀਆ 'ਤੇ ਥੋੜ੍ਹਾ ਜਿਹਾ ਰੁਕ ਜਾਂਦੇ ਹਾਂ, ਅਤੇ ਅਗਲਾ ਪਾਠ ਜਿਹੜਾ ਉਹ ਕਾਇਕ ਬਣ ਜਾਂਦਾ, ਸਭਨਾ ਜੀਆ ਕਾਇਕ ਦਾਤਾ। ਪਰ ਜਦੋਂ ਆਪਾਂ ਧਿਆਨ ਦਿਆਂਗੇ ਫਿਰ ਪਤਾ ਲੱਗੇਗਾ। ਅਤੇ ਥੋੜ੍ਹਾ ਜਿਹਾ ਜਿਹੜਾ ਜਮਕ ਹੈ ਉਹ ਸਭਨਾ ਜੀਆ ਕਾ ਇੱਕ ਦਾਤਾ, ਇਹ ਫਿਰ ਸਾਧ ਸੰਗਤ ਜੀ ਅਰਥ ਵੀ ਪੂਰਾ ਸਪਸ਼ਟ ਹੋ ਜਾਂਦਾ ਹੈ ਅਤੇ ਪਾਠ ਵੀ ਠੀਕ ਬਣ ਜਾਂਦਾ ਹੈ। ਅਤੇ ਸੋਮੈ ਪਾਠ ਜਿਹੜਾ ਉਹ ਵੀ ਇਕੱਠਾ ਨਹੀਂ ਕਰਨਾ। ਸੋ ਅਤੇ ਮੈਂ, ਇਹ ਮਸੋ ਦੇ ਉੱਤੇ ਵੀ ਦੀਰਘ ਮਾਤਰਾ ਹੈ ਅਤੇ ਮੈਂ ਦੇ ਉੱਤੇ ਵੀ ਦੁਲਾਵਾਂ, ਇਹ ਦੀਰਘ ਮਾਤਰਾ ਹੈ, ਵੱਡੀਆਂ ਮਾਤਰਾ ਲੰਬੀਆਂ।
ਇਸ ਕਰਕੇ ਸੋ ਮੈਂ ਇਹ ਵੱਖਰੇ ਵੀ ਪੜ੍ਹਨੇ ਨੇ ਤੇ ਲੰਬੇ ਵੀ ਪੜ੍ਹਨੇ ਨੇ। ਸੋ ਮੈਂ ਵਿਸਰ ਨਾ ਜਾਈ, ਆਪ ਜੀ ਨੇ ਖਿਆਲ ਰੱਖਣਾ ਜੀ। ਹਾਂਜੀ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਵਾਹਿਗੁਰੂ ਜੀ। ਸਤ ਸੰਗਤ ਜੀ, ਆਪਾਂ ਨੇ ਪਾਠ ਸਰਵਣ ਕੀਤਾ ਹੈ ਤੀਰਥ ਨਾਵਾ। ਇਹ ਨਹਾਉਣ ਤੋਂ ਭਾਵ ਆ ਨਾਵਾ ਜਾਂ ਕਿਸੇ ਹੋਰ ਢੰਗ ਨਾਲ ਉਚਾਰਨ ਨਹੀਂ ਕਰਨਾ। ਇਹਨੂੰ ਨਾਵਾ ਤੇ ਨਹਾਏ, ਨਹਾਏ ਕਰੀ। ਉਹਨੂੰ ਨਾਏ ਨਹੀਂ ਕਰਨਾ ਤੇ ਇਹਨੂੰ ਨਾਵਾ ਨਹੀਂ ਕਰਨਾ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਨਹਾਉਣ ਤੋਂ ਭਾਵ ਇਸ਼ਨਾਨ ਕਰਨ ਤੋਂ। ਤੇ ਅੱਗੇ ਪਾਠੀ ਸਿੰਘ ਨੇ ਜਿਵੇਂ ਪਾਠ ਕੀਤਾ, ਕੈਸਾ ਸਵਾਰ ਕੇ ਮਾਣਿਕ, ਮਾਣਿਕ ਉਹਦੀ ਮਾਤਰਾ ਵੀ ਬੋਲ ਗਈ ਆ ਤੇ ਸੋਹਣਾ ਪਾਠ ਬਣ ਗਿਆ। ਇਸ ਤਰ੍ਹਾਂ ਸਾਰੇ ਧਿਆਨ ਰੱਖਿਓ। ਅੱਗੇ ਹਾਂਜੀ ਚੱਲੀਏ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਇ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਹਾਂਜੀ ਸੰਗਤ ਜੀ, ਪਿਛਲੀ ਪੌੜੀ ਦੇ ਵਿੱਚ ਇੱਕ ਦੋ ਪਾਠ ਜਿਵੇਂ ਸਾਧ ਸੰਗਤ ਜੀ ਜੇਤੀ ਸਿਰਠ, ਇਹ ਠੱਠੇ ਦੇ ਨਾਲ ਆਪਾਂ ਕਰਨਾ। ਕਈ ਵਾਰੀ ਆਪਾਂ ਆਪਣੇ ਕੋਲੋਂ ਹੀ ਸ੍ਰਿਸ਼ਟ ਬਣਾ ਦਿੰਦੇ ਹਾਂ, ਜੇਤੀ ਜਾਂ ਸਿਰਠ ਕਹਿ ਦਿੰਦੇ ਆ। ਇਸ ਕਰਕੇ ਸਿਰਠ ਇਹ ਪਾਠ ਜਿਹੜਾ ਬਿਲਕੁਲ ਠੱਠੇ ਦੇ ਨਾਲ ਕਰਨਾ ਹੈ। ਤੇ ਉੱਪਰਲੀ ਪੰਕਤੀਆਂ ਦੀਆਂ ਮੈਂ ਆਪ ਜੀ ਦੇ ਨਾਲ ਜਮਕਾਂ ਦੀ ਸਾਂਝ ਪਾਵਾਂ। ਤੀਰਥ ਨਾਵਾ, ਇੱਥੇ ਥੋੜ੍ਹੀ ਜਿਹੀ ਜਮਕ ਲੱਗੇਗੀ। ਜੇ ਤਿਸ ਭਾਵਾ, ਇੱਥੇ ਵਿਸਰਾਮ ਹੈ। ਵਿਣ ਭਾਣੇ, ਇੱਥੇ ਫੇਰ ਥੋੜ੍ਹੀ ਜਿਹੀ ਜਮਕ ਹੈ ਕਿ ਨਹਾਏ ਕਰੀ। ਇਸੇ ਤਰ੍ਹਾਂ ਦੇ ਨਾਲ ਜੇਤੀ ਸਿਰਠ ਉਪਾਈ ਵੇਖਾ, ਇਹ ਸਿੱਧਾ ਵਿਸਰਾਮ ਹੈ। ਵਿਣ ਕਰਮਾ, ਥੋੜ੍ਹੀ ਜਿਹੀ ਜਮਕ ਲੱਗੇਗੀ ਕਿ ਮਿਲੈ ਲਈ। ਫਿਰ ਅੱਗੇ ਮੱਤ ਵਿੱਚ ਇੱਥੇ ਥੋੜ੍ਹੀ ਜਿਹੀ ਜਮਕ ਹੈ। ਕਈ ਵਾਰੀ ਆਪਾਂ ਮੱਤ ਵਿੱਚ ਰਤਨ ਪੜ੍ਹ ਜਾਂਦੇ ਹਾਂ, ਪਰ ਮੱਤ ਵਿੱਚ ਕਹਿ ਕੇ ਫਿਰ ਤਿੰਨੇ ਸ਼ਬਦ ਵਰਤੇ ਜਾਣਗੇ। ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਪਾਠ ਹਨ। ਤੇ ਗਿਆਨੀ ਅਜੀਤ ਸਿੰਘ ਜੀ ਨੇ ਦੱਸਿਆ ਵੀ ਕਈ ਵਾਰੀ ਉਹਨਾਂ ਨੇ ਸੰਥਿਆ ਕਰਦਿਆਂ ਉਹਨਾਂ ਨੂੰ ਅਨੁਭਵ ਹੋਇਆ ਕਿ ਕਈ ਜਿਹੜੇ ਨੇ ਸਿੱਖਣ ਵਾਲੇ ਜਾਂ ਪੜ੍ਹਨ ਵਾਲੇ ਉਹ ਜੱਜੇ ਦੇ ਨਾਲ ਬਜਾਈ ਪਾਠ ਕਰ ਜਾਂਦੇ ਨੇ, ਗੁਰਾ ਇੱਕ ਦੇਹ ਬਜਾਈ। ਪਰ ਝੱਜੇ ਦਾ ਵੀ ਖਿਆਲ ਰੱਖਣਾ ਤੇ ਜਿਹੜਾ ਅੱਧਕ ਜਿਹੜਾ ਬੱਬੇ ਤੇ ਆਪਾਂ ਬੋਲਣਾ ਉਹਦਾ ਵੀ ਥੋੜ੍ਹਾ ਜਿਹਾ ਆਪਾਂ ਖਿਆਲ ਰੱਖਣਾ, ਬੁਝਾਈ। ਇਸ ਤਰ੍ਹਾਂ ਦੇ ਨਾਲ ਇਹ ਪਾਠ ਹੈ। ਤੇ ਜੇ ਜੁਗ ਚਾਰੇ ਆਰਜਾ, ਜੇ ਤੇ ਬਿਲਕੁਲ ਛੋਟੀ ਜਮਕ ਠਮਕ ਲਾ ਕੇ ਤੇ ਜੁਗ ਚਾਰੇ ਆਰਜਾ ਸ਼ਬਦ ਪੜ੍ਹਿਆ ਜਾਵੇਗਾ। ਕਈ ਵਾਰੀ ਕਾਹਲੀ ਦੇ ਨਾਲ ਆਪਾਂ ਜੇ ਜੁਗ ਪੜ੍ਹ ਜਾਂਦੇ ਹਾਂ ਤੇ ਜੇ ਜੁਗ ਦਾ ਕੋਈ ਅਰਥ ਨਹੀਂ ਬਣੇਗਾ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾ, ਇੱਥੇ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ, ਖੰਡਾ ਦੇ ਉੱਤੇ ਵੀ ਨਹੀਂ ਕਰਨਾ। ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਇ। ਅੱਗੇ ਚੰਗਾ ਨਾਉ ਰਖਾਏ ਕੈ, ਕੈ ਜਿਹੜਾ ਸਾਧ ਸੰਗਤ ਜੀ ਇਹਦੀਆਂ ਦੁਲਾਵਾਂ ਦਾ ਆਪਾਂ ਖਿਆਲ ਰੱਖਣਾ। ਜਸ ਕੀਰਤ ਜਗ ਲੇ, ਇੱਥੇ ਈੜੀ ਵੀ ਨਾਲ ਸਾਧ ਸੰਗਤ ਜੀ ਬੋਲਣੀ, ਕੱਲਾ ਲੇ ਕਹਿ ਕੇ ਨਹੀਂ ਛੱਡ ਦੇਣਾ। ਜਸ ਕੀਰਤ ਜਗ ਲੇ। ਇਸ ਤਰ੍ਹਾਂ ਇਹਨਾਂ ਪਾਠਾਂ ਦਾ ਉਚਾਰਨ ਹੈ ਜੀ। ਹਾਂਜੀ ਜੀ ਇੱਕ ਬੇਨਤੀ ਹੋਰ ਰਹੇਗੀ। ਉਹ ਕਈ ਵਾਰੀ ਐਸਾ ਹੁੰਦਾ ਵੀ ਮੈਂ ਰਾਤ ਦੀ ਗੱਲ, ਇੱਕ ਸਿਆਣਾ ਪਾਠੀ ਸੀ, ਉਹਦੇ ਕੋਲੋਂ ਪਾਠ ਸਰਵਣ ਕਰ ਰਿਹਾ ਜਪਜੀ ਸਾਹਿਬ ਦਾ ਹੀ। ਉਹ ਕਹਿੰਦਾ ਬਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੇਰਾ ਖਿਆਲ ਕਿਸੇ ਨੂੰ ਨਹੀਂ ਪਤਾ ਲੱਗਣਾ, ਮੈਂ ਗਲਤੀ ਕਰ ਗਿਆ ਇਹਦੇ 'ਚ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਹੈ ਗਲਤ ਹੈ। ਉੱਥੇ ਭੱਬੇ ਦੀ ਥਾਂ ਵਾਹਵਾ ਲਾ ਦਿੰਦੇ, ਸਭਨਾ ਜੀਆਂ ਕਾ ਇੱਕ ਦਾਤਾ। ਇਹ ਆਪਾਂ ਆਮ ਕਰ ਜਾਂਦੇ ਹਾਂ। ਸਿਆਣਾ ਪਾਠੀ ਪਾਠ ਕਰ ਰਿਹਾ ਸੀ, ਰਾਤ ਦੀ ਗੱਲ ਆ। ਉਹ ਮੈਂ ਵੀ ਕਿਤੇ ਧਿਆਨ ਨਹੀਂ ਕੀਤਾ। ਮੈਂ ਕਿਹਾ ਵੀ ਇਹ ਧਿਆਨ ਰੱਖਣ ਯੋਗ ਬਚਨ ਹੈ।
ਸਭਨਾ, ਇਹ ਧਿਆਨ ਰੱਖਣਾ। ਆਪਾਂ ਸਾਰਿਆਂ ਨੇ ਸਭਨਾ ਕਹਿ ਕੇ ਨਹੀਂ ਲੰਘ ਜਾਣਾ, ਸਾਵਧਾਨਤਾ ਦੀ ਲੋੜ ਹੈ। ਲਿਖਿਆ ਹੈ, ਸਿਰਫ ਸਾਡੀ ਬੇਧਿਆਨੀ ਹੋ ਜਾਂਦੀ ਹੈ। ਅੱਖਰ ਲੱਗੇ ਨੇ, ਸਾਡੀ ਬੇਧਿਆਨੀ ਹੋ ਜਾਂਦੀ। ਬਿਲਕੁਲ ਧਿਆਨ ਨਾਲ, ਸਾਵਧਾਨੀ ਨਾਲ ਪਾਠ ਕਰਨਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਜੀਆ ਜਿਵੇਂ ਕਿਹਾ ਬਿੰਦੀ ਤੋਂ ਰਹਿਤ ਹੀ ਪਾਠ ਸੰਪਰਦਾਇ 'ਚ ਕਰਾਏ ਜਾਂਦੇ ਨੇ। ਹਾਂਜੀ। ਜੇ ਤਿਸ ਨਦਰ ਨਾ ਆਵਈ, ਤਾ ਬਾਤ ਨਾ ਪੁੱਛੈ ਕੀ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਹਾਂਜੀ, ਜਿਵੇਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਕੀਟਾ ਅੰਦਰ ਕੀਟ ਕਰ। ਅੱਗੇ ਪਾਠ ਹੈ, ਦੋਸੀ ਦੋਸ਼ ਧਰੇ, ਬਿੰਦੀ ਤੋਂ ਬਿਨਾ ਪੈਰ ਵਾਲੀ ਤੋਂ। ਕਈ ਵਾਰੀ ਆਪਾਂ ਦੋਸ਼ੀ ਦੋਸ਼ ਧਰੇ ਜਾਂ ਛੱਛਾ ਹੀ ਬੋਲ ਜਾਂਦੇ, ਦੋਛੀ ਦੋਸ਼ ਧਰੇ। ਇਹ ਸਾਧ ਸੰਗਤ ਜੀ ਅਸ਼ੁੱਧ ਹੈ, ਕੇਵਲ ਸੱਸਾ ਹੀ ਉਚਾਰਨ ਕਰਨਾ ਹੈ। ਦੋਸ਼ੀ ਦੋਸ਼ ਧਰੇ, ਅੱਗੇ ਨਾਨਕ 'ਤੇ ਥੋੜ੍ਹਾ ਜਿਹਾ ਜਮਕ ਲਾ ਕੇ ਨਾਨਕ ਨਿਰਗੁਣ ਗੁਣ ਕਰੇ। ਜੇ ਆਪਾਂ ਕਹਿ ਦੇਵਾਂਗੇ ਕਿ ਨਾਨਕ ਨਿਰਗੁਣ, ਮਹਾਰਾਜ ਜੀ ਨੇ ਤੇ ਆਪਣੇ ਆਪ ਨੂੰ ਨੀਚ ਬਹੁਤ ਸ਼ਬਦ ਵਰਤੇ ਨੇ ਨਿਮਰਤਾ 'ਚ ਆ ਕੇ, ਪਰ ਸਤਿਗੁਰੂ ਮਹਾਰਾਜ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਾਡੇ ਵਾਸਤੇ। ਇਸ ਕਰਕੇ ਆਪਾਂ ਇਸ ਗੱਲ ਦਾ ਖਿਆਲ ਰੱਖਣਾ। ਆਪਾਂ ਨਹੀਂ ਕਹਿਣਾ ਕਿ ਨਾਨਕ ਨਿਰਗੁਣ, ਆਪਾਂ ਨਾਨਕ 'ਤੇ ਬਿਲਕੁਲ ਜਮਕ ਲਾ ਕੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ। ਇਹ ਵੀ ਸਾਧ ਸੰਗਤ ਜੀ ਝੱਜੇ ਦਾ ਅਤੇ ਸੱਸੇ ਨੂੰ ਕੱਸ ਕੇ ਪਾਠ ਕਰਨ ਵਾਲਾ ਸੁਝਈ। ਤਾਂ ਇਸ ਤਰ੍ਹਾਂ ਦੇ ਨਾਲ ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਹੁਣ ਇੱਥੇ ਆਪ ਜੀ ਧਿਆਨ ਦੇ ਨਾਲ ਜਿੱਥੇ ਪੌੜੀ ਆਰੰਭ ਹੋ ਰਹੀ ਹੈ 7ਵੀਂ, ਉਹਦੇ ਵੀ ਦਰਸ਼ਨ ਕਰੋ, ਅਤੇ ਜਿੱਥੇ ਸਾਧ ਸੰਗਤ ਜੀ ਇਹ ਸੰਪੂਰਨ ਹੋ ਰਹੀ ਹੈ ਦੋਵਾਂ ਜੱਜਿਆਂ ਦੇ ਦਰਸ਼ਨ ਕਰੋ। ਜਦੋਂ ਆਰੰਭ ਹੁੰਦੀ ਹੈ ਉਦੋਂ ਜੇ ਲੰਬਾ ਬੋਲਣ ਵਾਲਾ ਹੈ, ਜੇ ਜੁਗ ਚਾਰੇ ਆਰਜਾ, ਪਰ ਜਿਹੜਾ ਸਿਹਾਰੀ ਦੇ ਨਾਲ ਆਇਆ ਇਹਨੂੰ ਆਪਾਂ ਜੇ ਨਹੀਂ ਪੜ੍ਹ ਸਕਦੇ। ਇੱਥੇ ਸਾਧ ਸੰਗਤ ਜੀ ਥੋੜ੍ਹਾ ਜਿਹਾ ਰੋਕ ਕੇ ਬਿਲਕੁਲ ਲਘੂ ਮਾਤਰਾ ਦਾ ਸਿਹਾਰੀ ਦਾ ਹੀ ਉਚਾਰਨ ਕਰਨਾ ਹੈ, ਜੇ ਤਿਸ ਗੁਣ ਕੋਇ ਕਰੇ। ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਕੱਲੇ ਕੱਲੇ ਪਾਠ ਦਾ ਖਿਆਲ ਰੱਖਣਾ ਹੈ ਜੀ। ਹਾਂਜੀ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ। ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਿਐ ਰੁਕ ਜਾਓ।